My name is Manjeet Kaur. And my name is Gurnaam Singh. Welcome to the One Show. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਨਿੱਘਾ ਸਵਾਗਤ ਹੈ One Show ਲਾਈਵ ਪੰਜਾਬ ਬ੍ਰੌਡਕਾਸਟ ਚੈਨਲ, ਜਿੱਥੇ ਵੀ ਤੁਸੀਂ ਦੁਨੀਆ ਭਰ ਦੇ ਵਿੱਚ ਦੇਖਦੇ ਆ ਸਾਨੂੰ। ਇਸ ਟਾਈਮ ਤੇ ਅਸੀਂ ਆਪ ਜੀ ਲਈ ਇੱਕ ਵਾਰ ਫੇਰ One Show ਏਕ ਪਿਤਾ ਏਕ ਅਸਕੇ ਹਮ ਬਾਰਕ, ਜੋ ਕਿ ਗੁਰਬਾਣੀ ਦੇ ਵਿੱਚ ਵੀ ਹੈ, ਇੱਕ ਤੋਂ ਹੀ ਸਭ ਕੁਛ ਹੈ। ਤਾਂ ਸਾਡਾ ਜਿਹੜਾ One Show ਦਾ ਮੇਨ ਜਿਹੜਾ ਮਿਸ਼ਨ ਇਹੀ ਆ ਵੀ ਅਸੀਂ ਸਾਰੀ ਇੱਕ ਕਮਿਊਨਿਟੀ ਨੂੰ ਇਕੱਠੇ ਹੋ ਕੇ ਇੱਕ ਮੰਚ ਬਣਾ ਕੇ ਤਾਂ ਇੱਥੇ ਸਾਡੇ ਜਿਹੜੇ ਸਾਂਝੇ ਇਸ਼ੂਜ਼ ਹੈਗੇ ਆ ਉਹਨਾਂ ਤੇ ਆਪਾਂ ਡਿਸਕਸ਼ਨ ਕਰੀਏ। ਇਸ਼ੂਜ਼ ਬਹੁਤ ਆ ਕਮਿਊਨਿਟੀ ਲਈ ਮਨਜੀਤ, ਤੇ ਪਰ ਕਈ ਵਾਰੀ ਸਾਡੀ ਕਮਿਊਨਿਟੀ ਵਿੱਚ ਉਹ ਇਸ਼ੂ ਹੁੰਦੇ ਆ ਜਿਹਨਾਂ ਨੂੰ ਆਪਾਂ ਅੰਗਰੇਜ਼ੀ ਟਬੂ ਕਹਿੰਦੇ ਆ, ਜਿਹਦੀ ਗੱਲ ਨਹੀਂ ਕਰਦੇ, ਬਸ ਪੜਦਾ ਪਾਲੀ ਦਾ। ਤੇ ਉਹ ਪਰਸਨਲ ਇਸ਼ੂ ਵੀ ਹੋ ਸਕਦੇ ਆ, ਪਰਿਵਾਰਕ ਇਸ਼ੂ ਵੀ ਹੋ ਸਕਦੇ ਆ, ਕਈ ਵਾਰੀ ਹੈਲਥ ਇਸ਼ੂਜ਼ ਹੁੰਦੇ ਆ, ਸੋਸ਼ਲ ਇਸ਼ੂਜ਼ ਵੀ ਹੁੰਦੇ ਆ। ਤੇ ਪਰ ਅਸੀਂ ਇੱਕ ਜ਼ਿੰਮੇਵਾਰ ਮੀਡੀਆ, ਜੇ ਅਸੀਂ ਉਸ ਇਸ਼ੂ ਤੇ ਨਾ ਗੱਲ ਕਰੀਏ ਵੀ ਅਸੀਂ ਤਾਂ ਦੇਣਦਾਰ ਆ, ਬਿਲਕੁਲ ਦੇਣਦਾਰ ਆ ਕਰਕੇ ਫਿਰ ਸਫਰਿੰਗ ਜਿਹੜੀ ਹੈਗੀ ਆ ਕਮਿਊਨਿਟੀ ਦੇ ਵਿੱਚ, ਤੇ ਵੈਸੇ ਤਾਂ ਅਸੀਂ ਜੇ ਨਾ ਗੱਲ ਕਰੀਏ ਤਾਂ ਅਸੀਂ ਸਾਰੇ ਹੀ ਸਫਰ ਕਰ ਸਕਦੇ ਹਾਂ। ਤੇ ਅੱਜ ਨਾ ਇੱਕ ਜਿਹੜਾ ਇਸ਼ੂ ਹੈਗਾ ਆ ਉਹ ਹੈ ਕਿ ਪਰਿਵਾਰਕ, ਤੁਸੀਂ ਕਹਿ ਸਕਦੇ ਡਿਵੋਰਸ ਜਾਂ ਸੈਪਰੇਸ਼ਨ, ਤਾਂ ਬੱਚਿਆਂ ਤੇ ਕੀ ਅਸਰ ਪੈਂਦਾ ਜਾਂ ਬੱਚਿਆਂ ਨੂੰ ਕੀ ਇਫੈਕਟ ਹੁੰਦੀ ਆ, ਕਿਉਂਕਿ ਇਹ ਵੀ ਇੱਕ ਆਪਾਂ ਸ਼ਰਮ ਮੰਨਦੇ ਆ ਨਾ। ਚਲੋ ਕੋਈ ਨਹੀਂ ਚਾਹੁੰਦਾ ਵੀ ਕੋਈ ਫੈਮਿਲੀ ਬ੍ਰੇਕਡਾਊਨ ਹੋਵੇ, ਜਾਂ ਕੋਈ ਨਹੀਂ ਚਾਹੁੰਦਾ ਵੀ ਕਿਸੇ ਘਰ ਦੇ ਵਿੱਚ ਡਿਵੋਰਸ ਹੋਵੇ, ਪਰ ਇੱਕ ਹਕੀਕਤ ਆ, ਇੱਕ ਰਿਐਲਿਟੀ ਆ ਵੀ ਇਹ ਚੀਜ਼ਾਂ ਹੁੰਦੀਆਂ ਆ। ਵੈਸੇ ਜੇ ਆਪਾਂ ਇੰਟਰਨੈਸ਼ਨਲ ਲੈਵਲ ਤੇ ਦੇਖੀਏ ਨਾ ਮਨਜੀਤ, ਤਾਂ ਡਿਵੋਰਸ ਰੇਟਸ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਕਾਫੀ ਡਿਫਰੈਂਟ ਆ। ਉਹਦਾ ਦਾ ਡੇਟਾ ਸਟੈਟਿਸਟਿਕਸ ਵੀ ਇੰਨੇ ਰਿਲਾਇਬਲ ਨਹੀਂ ਹੈਗੇ, ਪਰ ਫਿਰ ਵੀ ਜੋ ਮੈਂ ਥੋੜ੍ਹੀ ਜਿਹੀ ਰਿਸਰਚ ਕੀਤੀ ਆ, ਕਹਿੰਦੇ ਪੋਰਚੁਗਲ ਤਾਂ ਸਪੇਨ ਦੇ ਵਿੱਚ, ਸਦਰਨ ਯੂਰਪ ਦੇ ਵਿੱਚ 90% ਬ੍ਰੇਕਡਾਊਨਸ ਹੈਗੀਆਂ, 90%। ਮੈਂ ਤਾਂ ਸੋਚ ਨਹੀਂ ਸਕਦਾ। ਤਾਂ ਜੇ ਤੁਸੀਂ ਇੱਧਰ ਰਸ਼ੀਆ, ਯੂਕਰੇਨ 70% ਹੈਗੀਆਂ। ਕੰਟਰਾਸਟ ਦਾ ਵਿਦ ਇੰਡੀਆ ਦੇ ਵਿੱਚ ਕਹਿੰਦੇ ਜਸਟ 1% ਡਿਵੋਰਸ ਰੇਟ ਆ। ਸੋ ਇਹਦੇ ਬਾਰੇ ਤੁਸੀਂ ਦੋ ਪੱਖ ਲੈ ਸਕਦੇ, ਜਾਂ ਤਾਂ ਕਹਿ ਦਿਓ ਵੀ ਉੱਥੇ ਖੁਸ਼ੀ ਆ, ਸਾਡੇ ਖੁਸ਼ਹਾਲ ਆ, ਤਾਂ ਜਾਂ ਤੁਸੀਂ ਕਹਿ ਦਿਓ ਵੀ ਉੱਥੇ ਜਾਂ ਤੁਸੀਂ ਕਹਿ ਦਿਓ ਵੀ ਉੱਥੇ ਸਫਰਿੰਗ ਬਹੁਤ ਜ਼ਿਆਦਾ ਹੈਗੀ ਆ। ਤਾਂ ਸ਼ਾਇਦ ਡੇਟਾ ਕਰੈਕਟ, ਔਰ ਇਹ ਵੀ ਕਿਉਂਕਿ ਉਹ ਕੰਜ਼ਰਵੇਟਿਵ ਸੁਸਾਇਟੀ ਆ, ਉਹ ਗੱਲ ਨਹੀਂ ਕਰਦੀ, ਪੜਦਾ ਪਾ ਲੈਂਦੇ ਆ। ਤੇ ਸਟੈਟਿਸਟਿਕਸ ਹੈਗੀਆਂ, ਇਹ ਆਪਾਂ ਨੂੰ ਮੰਨਣਾ ਪਊਗਾ ਵੀ ਸਾਡੇ ਕਲਚਰ ਦੇ ਵਿੱਚ ਫੈਮਿਲੀ ਲਾਈਫ ਔਰ ਮੈਰਿਡ ਲਾਈਫ ਅਜੇ ਵੀ ਇੱਕ ਕਿਸਮ ਦੀ ਰਿਲੀਜੀਅਸ ਡਿਊਟੀ ਮੰਨੀ ਜਾਂਦੀ ਹੈ, ਕਿਉਂਕਿ ਹੁਣ ਆਨੰਦ ਕਾਰਜ ਵੀ ਹੁੰਦੇ ਸਾਡੇ ਸਿੱਖਾਂ ਦੇ ਵਿੱਚ। ਤਾਂ ਕਹਿੰਦੇ ਜੇ ਕੋਈ ਉਹ ਫਿਰ ਫੈਮਿਲੀ ਬ੍ਰੇਕਡਾਊਨ ਹੋਵੇ, ਇੱਕ ਬਹੁਤ ਵੱਡਾ ਸਟਿਗਮਾ ਹੁੰਦਾ, ਇੱਕ ਕਹਿੰਦੇ ਉਹਨਾਂ ਦੇ ਦਾਗ ਲੱਗ ਜਾਂਦਾ। ਤਾਂ ਤੁਹਾਨੂੰ ਪਤਾ ਆਪਣੇ ਲੋਕੀ ਕਿੱਦਾਂ ਫਿਰ ਸ਼ਰਮ ਕਰਦੇ ਆ ਇਸ ਚੀਜ਼ ਤੇ। ਤੇ ਜੇ ਆਪਾਂ ਇੱਥੇ UK ਦੀ ਗੱਲ ਕਰੀਏ, ਅਗੇਨ ਸਟੈਟਿਸਟਿਕਸ ਆਰ ਈਜ਼ੀ ਟੂ ਕਮ ਬਾਈ, ਬਟ 10 ਸਾਲ ਦੀ ਗੱਲ ਆ, 2010 to 13 ਇੱਕ ਸਰਵੇ ਕੀਤੀ ਸੀਗੀ, ਤੇ ਉਹ ਕਹਿੰਦੇ ਵੀ ਰਫਲੀ 10% ਬ੍ਰਿਟਿਸ਼ ਪਾਕਿਸਤਾਨੀ ਮੁਸਲਿਮਸ ਜਿਹੜੇ ਹੈਗੇ ਆ, ਤਾਂ ਇੰਡੀਅਨ ਸਿੱਖਸ ਡਿਵੋਰਸਡ ਆ 10%, 1 in 10. That's quite a high figure if you compare it with the 1% in India, Hana? So that's a huge increase, and the patterns are that these figures are increasing. It's becoming closer to maybe the British average, which is about 40%, 35-40%. Bangladeshis 8%, and Indian Muslims 7%, and 6% for Indian Hindus, compared with 20% for the white British, and 27% for the black. So whilst the numbers of divorces are less, the trends are moving in the same direction. ਐਂਡ ਅਸੀਂ ਅੱਜ ਦਾ ਸਾਡਾ ਪ੍ਰੋਗਰਾਮ ਇਹ ਨਹੀਂ ਵੀ ਡਿਵੋਰਸ ਕਿਉਂ ਹੁੰਦੇ ਆ ਜਾਂ ਇਹਨਾਂ ਨੂੰ ਰੋਕਿਆ ਕਿੱਦਾਂ ਜਾ ਸਕਦਾ, ਇਹ ਸਾਡਾ ਟੌਪਿਕ ਨਹੀਂ ਗਾ। ਅੱਜ ਟੌਪਿਕ ਹੈਗਾ ਵੀ ਜਦੋਂ ਸੈਪਰੇਸ਼ਨ ਹੋ ਜਾਂਦੀ ਆ, ਤੇ ਕਿਉਂਕਿ ਜਿੱਥੇ ਬੱਚੇ ਹੈਗੇ ਆ, ਬੱਚਿਆਂ ਤੇ ਕੀ ਇਫੈਕਟ ਪੈਂਦੀ ਆ, ਔਰ ਬੱਚਿਆਂ ਨੂੰ ਆਪਾਂ ਕਿੱਦਾਂ ਸਪੋਰਟ ਕਰ ਸਕਦੇ, ਆਪਾਂ ਕਾਨੂੰਨੀ ਇਹਦੇ ਵਿੱਚ ਉਹ ਵੀ ਦੇਖਾਂਗੇ। ਤੇ ਅਸੀਂ ਸੈਕਿੰਡ ਹਾਫ ਦੇ ਵਿੱਚ ਅੱਧੇ ਪੌਣੇ ਘੰਟੇ ਤੋਂ ਬਾਅਦ ਤੁਹਾਡੀਆਂ ਕਾਲਾਂ ਵੀ ਲਵਾਂਗੇ, ਕਿਉਂਕਿ ਕਾਫੀ ਸੈਂਸਿਟਿਵ ਇਸ਼ੂ ਆ। ਪਰ ਜੇ ਕਿਸੇ ਨੇ ਕਾਲ ਕਰਨੀ ਆ, ਆਪਾਂ ਕੋਈ ਪਰਸਨਲ ਇੱਥੇ ਉਹਨਾਂ ਦਾ ਕੇਸ ਵਗੈਰਾ ਜਾਂ ਉਹ ਨਹੀਂ ਅਸੀਂ ਡਿਸਕਸ ਕਰ ਸਕਦੇ, ਕੋਈ ਕਾਨੂੰਨੀ ਤੌਰ 'ਤੇ ਵੀ ਨਹੀਂ ਕਰ ਸਕਦੇ। ਪਰ ਜਨਰਲ ਜੇ ਇਸ ਇਸ਼ੂ 'ਤੇ ਕਿਸੇ ਨੇ ਗੱਲ ਕਰਨੀ ਹੋਵੇ ਤਾਂ ਜ਼ਰੂਰ ਤੁਸੀਂ ਕਰ ਸਕਦੇ ਆ। ਪਰ ਦਿਸ ਇਜ਼ ਗੋਇੰ ਟੂ ਬੀ ਆਫਟਰ ਅਬਾਊਟ ਮੇਬੀ ਅਬਾਊਟ quarter to 9। ਤੇ ਅੱਜ ਅਸੀਂ ਐਕਸਟੈਂਡ ਵੀ ਕਰ ਲੈਣਾ ਸ਼ੋ, ਇਫ ਦੇਰ ਇਜ਼ ਇੰਟਰਸਟ
ਜੇ ਕਾਲਸ ਹੋਰ ਵੀ ਆ ਗਈਆਂ ਤਾਂ ਆਪਾਂ ਇਹਨੂੰ ਐਕਸਟੈਂਡ ਵੀ ਕਰ ਸਕਦੇ ਹਾਂ। ਇਸ਼ੂਜ਼ ਬਹੁਤ ਜ਼ਿਆਦਾ ਆ ਤਾਂ we've got two professionals, experts here today to help us along. So ਮੈਂ ਉਹਨਾਂ ਨੂੰ ਇੰਟਰੋਡਿਊਸ ਕਰਦਾ। ਹਾਂਜੀ ਮਨਜੀਤ। ਸੋ ਸਭ ਤੋਂ ਪਹਿਲਾਂ ਸਾਡੀ ਭੈਣ ਸੁਖਚੰਦਨ ਕੌਰ, ਤੁਹਾਨੂੰ ਇਹਨਾਂ ਨੂੰ ਪਹਿਲਾਂ ਵੀ ਦੇਖਿਆ ਇਹ ਆਨਲਾਈਨ ਆਪਾਂ 2-3 ਪ੍ਰੋਗਰਾਮ ਵੀ ਕੀਤੇ, ਅੱਜ ਆਪਾਂ ਸਟੂਡੀਓ ਦੇ ਵਿੱਚ ਆ। ਸੋ ਭੈਣ ਜੀ ਤੁਹਾਨੂੰ ਅਸੀਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਦੇ ਬਾਰੇ ਦੱਸਣਾ, ਸ਼ੀ ਇਜ਼ ਅ ਚਿਲਡਰਨਸ ਗਾਰਡੀਅਨ, ਇੰਡੀਪੈਂਡੈਂਟ ਸੋਸ਼ਲ ਵਰਕਰ, local authority designated officer be, she's a former principal officer for child protection and an independent reviewing officer. So ਉਹਨਾਂ ਦੇ ਕਾਫੀ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਇਸ ਫੀਲਡ ਦੇ ਵਿੱਚ। ਤਾਂ ਨਾਲ ਹੀ ਸਾਡੀ ਦੂਜੀ ਭੈਣ ਕਾਮਕੋ, ਤੁਹਾਨੂੰ ਵੀ ਜੀ ਆਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। So again, Kamko is probably one of the most experienced people working in this space around children and the issues facing them in separation and divorce. So she's a qualified social worker. And she's actually working, she's an advisor, expert in the field of helping parents who are involved in separation and divorce. And to look at the kind of conflict and reduce that conflict. So, Hanji Manjit. ਸੁਖਚੰਦਰ, ਮੈਂ ਤੁਹਾਡੇ ਤੋਂ ਸ਼ੁਰੂ ਕਰਦੀ ਹਾਂ। ਬਿਲਕੁਲ ਜੀ ਆਇਆਂ ਨੂੰ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਜੁੜੇ ਅੱਜ, ਨਾਲੇ ਫਲੈਸ਼ ਵਿੱਚ ਤੁਹਾਨੂੰ ਦੇਖ ਲਿਆ। ਸੋ ਇਟਸ ਨਾਈਸ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਬੱਚਿਆਂ ਦੀ, ਸੋ ਜਿੱਦਾਂ ਆਪਾਂ ਗੱਲ ਕਰਦੇ ਕਰੰਟ ਜਿਹੜਾ ਕਸਟਡੀ ਦੀ ਗੱਲ ਕਰਦੇ ਹਾਂ, ਅਰੇਂਜਮੈਂਟ ਦੀ, ਜਿਹੜਾ ਸੈਪਰੇਸ਼ਨ ਜਦੋਂ ਹੁੰਦਾ, ਜਦੋਂ ਜਿਹੜਾ ਤੀਵੀਂ ਆਦਮੀ ਦਾ ਜਦੋਂ ਸੈਪਰੇਸ਼ਨ ਹੋਵੇ ਜਾਂ ਡਿਵੋਰਸ ਹੋਵੇ ਤਾਂ ਲੋ ਇਹਦੇ ਵਿੱਚ ਕਿੱਦਾਂ ਹੁੰਦਾ? ਹਾਂਜੀ ਦੇਖੋ, ਇਹਦੇ ਵਿੱਚ ਜਦੋਂ ਪੇਰੈਂਟਸ ਜਦੋਂ ਸੈਪਰੇਟ ਹੁੰਦੇ ਆ, ਉਹਦੇ ਵਿੱਚ ਜਿਹੜੇ ਬੱਚਿਆਂ ਦਾ ਹੈਗਾ, ਉਹਨਾਂ ਦੇ ਜਿਹੜੇ ਬੱਚਿਆਂ ਦੇ ਅਰੇਂਜਮੈਂਟ ਆ, ਉਹਨਾਂ ਦੀ ਜਿਹੜੀ ਕੇਅਰ ਹੁੰਦੀ ਆ, ਮਾਂ ਬਾਪ ਤਾਂ ਉਹਨੂੰ ਦੋਨੇ ਬੱਚਿਆਂ ਨੂੰ ਤਾਂ ਦੋਨੇ, ਮਾਂ ਵੀ ਜ਼ਰੂਰੀ ਹੈ, ਪਿਓ ਵੀ ਜ਼ਰੂਰੀ ਹੈ, ਦੋਨੇ ਫੈਮਲੀਆਂ ਵੀ ਜ਼ਰੂਰੀ ਹੈ। ਅਤੇ ਉਹ ਜਿਹੜਾ ਕਾਨੂੰਨ ਹੈ ਜਿਹੜਾ ਇੱਥੋਂ ਦਾ, ਉਹ ਕਾਨੂੰਨ ਕਹਿੰਦਾ ਕਿ ਜਿਹੜਾ ਬੱਚੇ ਦਾ ਰਿਸ਼ਤਾ ਉਹ ਬੱਚੇ ਨਾਲ ਉਹ ਬਣਿਆ ਰਹਿਣਾ ਚਾਹੀਦਾ ਦੋਨਾਂ ਨਾਲ। ਇਹਦੇ ਵਿੱਚ ਜਦੋਂ ਵੀ ਕੋਈ ਇਹਦੇ ਫੈਸਲਾ ਹੋਣਾ ਚਾਹੀਦਾ, ਇੱਕ ਤਾਂ ਹੈਗਾ ਕਿ ਜਿਹੜੇ ਬੱਚਿਆਂ ਦੇ ਜਿਹੜੇ ਹੱਕ ਨੇ, ਬੱਚਿਆਂ ਦੇ ਇੰਟਰਸਟ ਨੇ, ਉਹ ਸਭ ਤੋਂ ਅੱਗੇ ਹੋਣੇ ਚਾਹੀਦੇ, ਨਾ ਕਿ ਮਾਂ ਬਾਪ ਦੀ ਜ਼ਰੂਰਤਾਂ ਤੋਂ। ਬੱਚਿਆਂ ਦੀਆਂ ਜ਼ਰੂਰਤਾਂ ਇੱਥੋਂ ਦਾ ਜਿਹੜਾ ਕਾਨੂੰਨ ਕਹਿੰਦਾ ਹੈ ਵੀ ਉਹਨਾਂ ਦੇ, ਇਹਨੂੰ ਕਹਿੰਦੇ ਪੈਰਾਮਾਊਂਸੀ ਪ੍ਰਿੰਸੀਪਲ, ਵੀ ਜਿਹੜਾ ਬੱਚਿਆਂ ਦਾ ਵੈਲਫੇਅਰ ਹੈ ਉਹ ਪੈਰਾਮਾਊਂਟ ਹੈ ਜੀ। ਬਾਕੀ ਹਾਂਜੀ, ਮਾਂ ਦੀ ਪ੍ਰੋਬਲਮ ਹੋਵੇ, ਪਿਓ ਦੀ ਪ੍ਰੋਬਲਮ ਹੈ, ਕਿਸੇ ਚਾਚੇ ਤਾਏ ਦੀ, ਹੋਰ ਕਿਸੇ ਦੀ ਗੁਆਂਢੀ ਦੀ ਪ੍ਰੋਬਲਮ ਹੋਵੇ, ਪਰ ਜਿਹੜੇ ਬੱਚਿਆਂ ਦੀ ਜ਼ਰੂਰਤ ਹੈ ਨਾ, ਉਹ ਸਭ ਤੋਂ ਉੱਪਰ ਆਉਂਦੀ ਹੈ, ਜੋ ਉਹ ਪੂਰੀਆਂ ਹੋਣੀਆਂ ਚਾਹੀਦੀਆਂ। ਅਤੇ ਇਹਦੇ ਵਿੱਚ ਜਦੋਂ ਆਪਾਂ ਜਿਹੜੇ ਬੱਚਿਆਂ ਦਾ ਰਿਲੇਸ਼ਨਸ਼ਿਪ ਆਪਾਂ ਦੇਖਦੇ ਹਾਂ, ਉਹਦੇ ਵਿੱਚ ਕਾਨੂੰਨ ਕੀ ਕਹਿੰਦਾ ਹੈ? ਇਹਦੇ ਵਿੱਚ ਇੱਕ ਹੈਗੀ ਕਨਸੈਪਟ ਆਫ ਪੈਰੈਂਟਲ ਰਿਸਪੋਂਸੀਬਿਲਿਟੀ। ਉਹਦੇ ਵਿੱਚ ਇਹ ਜਿਹੜਾ ਆਪਣਾ ਚਿਲਡਰਨ ਐਕਟ 1989 ਹੈ, ਜੋ ਕਿ ਸਾਡਾ ਮੇਨ ਕਾਨੂੰਨ ਹੈ, ਉਹ ਕਹਿੰਦਾ ਕਿ ਜਿਹੜੇ ਮਾਂ ਅਤੇ ਪਿਓ, ਜੇ ਉਹਨਾਂ ਦਾ ਵਿਆਹ ਹੋਇਆ ਹੋਵੇ ਜਾਂ ਪਿਓ ਦਾ ਨਾਂ ਹੋਵੇ ਬਰਥ ਸਰਟੀਫਿਕੇਟ 'ਤੇ, ਮਾਂ ਦਾ ਤਾਂ ਹੋਣਾ ਹੀ ਹੈ ਜੀ ਜੀ, ਅਤੇ ਉਹ ਦੋਨਾਂ ਨੂੰ ਪੈਰੈਂਟਲ ਰਿਸਪੋਂਸੀਬਿਲਿਟੀ ਹੁੰਦੀ ਹੈ। ਕਈ ਹਾਲਾਤ ਇਹ ਵੀ ਹੁੰਦੇ, ਜੇ ਅਨਮੈਰਿਡ ਹੋਵੇ ਬੱਚੇ ਦਾ, ਵੀ ਉਹਦਾ ਬਰਥ ਸਰਟੀਫਿਕੇਟ ਨਾ ਹੋਵੇ ਨਾ, ਤਾਂ ਉਹਨਾਂ ਕੋਲ ਪੈਰੈਂਟਲ ਰਿਸਪੋਂਸੀਬਿਲਿਟੀ ਹੁੰਦੀ ਵੀ ਨਹੀਂ ਪਿਓ ਕੋਲੇ, ਇਕੱਲੀ ਮਾਂ ਕੋਲੇ ਹੁੰਦੀ ਹੈ। ਉਹਦੇ ਵਿੱਚ ਹਾਂਜੀ, ਉਹ ਤੁਸੀਂ ਅਗਰੀਮੈਂਟ ਕਰਕੇ ਲੈ ਸਕਦੇ ਹੋ, ਕੋਰਟ ਨੂੰ ਤੁਸੀਂ ਆਪਣਾ ਅਗਰੀਮੈਂਟ ਕਰ ਸਕਦੇ ਹੋ, ਕੋਰਟ ਦੇ ਥਰੂ ਵੀ ਹਾਂਜੀ ਤੁਸੀਂ ਅਗਰੀਮੈਂਟ ਕਰਕੇ ਜਾਂ ਤੁਸੀਂ ਅਪਲਾਈ ਕਰ ਸਕਦੇ, ਮੈਨੂੰ ਪੈਰੈਂਟਲ ਰਿਸਪੋਂਸੀਬਿਲਿਟੀ ਚਾਹੀਦੀ ਆ। ਜੋ ਪੈਰੈਂਟਲ ਰਿਸਪੋਂਸੀਬਿਲਿਟੀ ਜਿਹੜੀ ਹੈਗੀ ਹੈ, ਉਹ ਹੈਗੇ ਉਹ ਸਾਰੇ ਰਾਈਟਸ ਤੇ ਰਿਸਪੋਂਸੀਬਿਲਿਟੀ, ਉਹ ਹੈਗੇ ਤੁਹਾਡੀ ਜ਼ਿੰਮੇਵਾਰੀਆਂ ਤੇ ਤੁਹਾਡੇ ਹੱਕ ਜੀ ਜੀ। ਹਾਂਜੀ, ਉਹ ਬੱਚੇ ਬਾਰੇ ਕੀ ਆ ਇਹਦੇ ਵਿੱਚ, ਜਿੱਦਾਂ ਹੁਣ ਆਪਣੇ ਉਹ ਤੁਸੀਂ ਕਿੱਦਾਂ ਬੱਚੇ ਦੇ ਬਾਰੇ ਪ੍ਰਤੀ ਉਹ ਜਿਹੜੇ ਹੱਕ ਦੇ, ਜਿਹੜੀ ਤੁਹਾਡੀਆਂ ਜ਼ਿੰਮੇਵਾਰੀਆਂ ਵੀ ਹੈਗੀਆਂ ਤੇ ਤੁਹਾਡੇ ਹੱਕ ਵੀ ਹੈਗੇ, ਉਹ ਤੁਸੀਂ ਕਿੱਦਾਂ ਪੁਗਾਉਣੇ ਆ, ਉਹ ਕਾਨੂੰਨ ਬੜੀ ਚੰਗੀ ਤਰ੍ਹਾਂ ਦੱਸਦਾ। ਹਾਂਜੀ, ਇਹਨੂੰ ਜਦੋਂ ਮਾਂ ਬਾਪ ਰਿਲੈਕਟ ਹੁੰਦੇ ਆ, ਉਹਨੂੰ ਜੋ ਇੰਤਜ਼ਾਮ ਹੁੰਦਾ ਬੱਚਿਆਂ ਦਾ, ਉਹਨੂੰ ਆਰਡਰ ਨੂੰ ਕਹਿੰਦੇ ਚਾਈਲਡ ਅਰੇਂਜਮੈਂਟਸ ਆਰਡਰ, ਵੀ ਬੱਚਾ ਰਹੂਗਾ ਕਿਹਦੇ ਕੋਲੇ ਤੇ ਮਿਲੂਗਾ ਕਿਹਨੂੰ। ਹਾਂਜੀ, ਉਹ ਆਪਾਂ ਫਿਰ ਅੱਗੇ ਗੱਲ ਵਧਾਉਂਦੇ ਹਾਂ। ਹਾਂਜੀ ਹਾਂਜੀ, ਇਹੀ ਮੈਂ ਕਮ ਟੂ ਯੂ ਔਨ ਦੈਟ ਵਨ ਬਿਕਾਜ਼ ਇਟਸ ਐਕਚੁਅਲੀ ਕੁਆਇਟ ਅ ਕੰਪਲੈਕਸ ਫੀਲਡ ਨਾ। ਹਾਂਜੀ, ਜਿਹੜਾ ਪ੍ਰੈਸੀਡੈਂਟ ਟ੍ਰੈਡੀਸ਼ਨਲੀ ਕਸਟਡੀ ਮਾਂ ਨੂੰ ਮਿਲਦੀ ਸੀਗੀ, ਪਰ ਹੁਣ ਚੇਂਜਸ ਕਾਫੀ ਹੋ ਗਈਆਂ। ਸੋ ਦੇयर इज अ डिफरेंस बिटवीन parental legal right and custody, because custody could go either way, but both parents still have that legal right. Well, parental responsibility is overarching, so
both But that parents. doesn't go away. That doesn't go away, but the amount of time the child Will spends vary. across 2 homes could vary. So how do they determine that? ਕਿੱਦਾਂ ਇਹਨੂੰ ਕਿੱਦਾਂ ਫਿਰ determine ਕਰਦੇ ਆ ਵੀ ਕਿਹੜੇ parents ਦੇ ਕੋਲ ਜ਼ਿਆਦਾ ਘੱਟ ਜਾਂ Who has equal more ਹੋਊਗਾ? rights? Well, each parent has rights. So each parent has to make sure that the children, like when we talk about parental responsibility, we have to think about what that parent can do. So each child must be going to an education. Can the parent take that child to attend to their health needs, their social and emotional, and all of their sort of practical care needs? Now, when 2 parents might have very different arrangements. Your arrangement might be very different to my arrangement, or Definitely. So what we try to do is we try to get the parents to think about where would be the best place for that child to live. Okay. Right. Okay. But that's a difficult one, isn't it? It is 'Cause difficult. You decide is yourself. We don't decide. What Who we decides? want is the parents to decide. Oh, right. And what if they can't? What And if what they if they both? can't decide? Yeah. Well, that's when they go to court. Yeah. Yeah. But we also would need to make that very clear how that's decided. Yeah, how- Right. Yeah. So what was the process then? Yeah. ਹਾਂਜੀ ਇੱਕ ਸੱਚ ਮੈਂ ਤੁਹਾਨੂੰ ਇੱਕ ਗੱਲ ਇੱਕ ਹੋਰ ਕਹਿਣੀ ਚਾਹੁੰਦੀ ਆ। ਇੱਕ ਤਾਂ ਜਿਹੜੇ ਹੈਗੇ ਆਪਣਾ ਨਾ ਪਹਿਲੇ ਹੁੰਦੇ ਸੀ ਕਿ ਵੀ ਕਸਟਡੀ ਉਹ ਜਿਹੜੀ ਆਪਣੀ ਲੈਂਗੁਏਜ ਉਹ ਚਲੀ ਗਈ ਹੈ। ਹਾਂਜੀ, ਉਹ ਬਿਲਕੁਲ ਉਹ ਚਲੀ ਹਾਂਜੀ ਗਈ ਹੈ। ਉਹ ਰਿਪਲੇਸ ਹੋ ਗਈ ਹੈ ਜਿਹੜੇ ਚਾਈਲਡ ਲਿਵਸ ਵਿਦ ਐਂਡ ਹੈਜ਼ ਸਪੈਂਡਸ ਟਾਈਮ ਵਿਦ ਵੀ ਕਿਹਦੇ ਕੋਲ ਰਹਿੰਦਾ ਤੇ ਕਿਹਦੇ ਨਾਲ ਉਹ ਜ਼ਿਆਦਾ ਟਾਈਮ ਸਪੈਂਡ ਕਰਦਾ। ਜੀ ਜੀ। ਜਿਹੜੇ ਬੱਚਾ ਕਿੱਥੇ ਰਹਿਣਾ, ਕਿਹੜੇ ਸਕੂਲ ਜਾਣਾ, ਕਿਹਨੂੰ ਮਿਲਣਾ, ਕਿਹਦਾ ਕਰਨਾ ਆ, ਉਹ ਪੇਰੈਂਟ ਰਿਸਪੌਂਸਿਬਿਲਿਟੀ ਉਹ ਤੁਹਾਨੂੰ ਉਹ ਹੱਕ ਦਿੰਦੀ ਹੈ ਤੁਹਾਨੂੰ ਉਹ ਫੈਸਲੇ ਕਰਨ ਦਾ। ਜੀ ਜੀ। ਜੇ ਉਹ ਮਾਂ-ਬਾਪ ਜਿਹੜੇ ਹੈਗੇ ਆ ਦੋਨੋਂ ਫੈਸਲਾ ਕਰਨ ਵੀ ਇੰਨੀ ਦੇਰ ਬੱਚਾ ਤੁਹਾਡੇ ਕੋਲ ਰਹੇਗਾ, ਇੰਨੇ ਕੋਲ ਮੇਰੇ ਕੋਲ ਰਹੇਗਾ, ਠੀਕ ਹੈ। ਉਹਦੇ ਵਿੱਚ ਕੋਈ ਤੀਸਰਾ ਬੰਦਾ ਆ ਕੇ ਲੱਤ ਨਹੀਂ ਫੜਾ ਸਕਦਾ। ਹਾਂਜੀ, ਜੇ ਉਹ ਆਪਸ ਦੇ ਵਿੱਚ ਜੇ ਉਹ ਰਜ਼ਾਮੰਦੀ ਨਾਲ ਕਰ ਲੈਣ ਇੱਕ ਦੂਜੇ Voluntary ਨਾਲ ਕਰ ਲੈਣ। ਜੇ ਜੇ voluntary ਕਰ ਲੈਣ। ਹਾਂਜੀ That's what ਸਾਰੇ we want. ਜੇ ਵੋਲੰਟਰੀ ਹੁੰਦੇ ਜ਼ਿਆਦਾ ਇਦਾਂ ਕੋਈ ਡਿਸਐਗਰੀਮੈਂਟ ਵੀ ਹੁੰਦਾ ਹੋਣਾ, ਕੋਈ ਕਹਿੰਦਾ ਨਾ ਨਹੀਂ ਇੰਨਾ ਚਿਰ ਨਹੀਂ ਰਹਿ ਸਕਦੇ, ਦੇਖੋ। ਦੂਜੇ ਜਾਨੀ ਉਹਨਾਂ ਦੇ ਆਦਮੀ ਨਾਲ ਜਾਂ ਐਕਸ ਦੇ ਨਾਲ ਜਾਂ whatever। ਦੇਖੋ ਮੈਜੋਰਟੀ ਜਿਹੜੇ ਲੋਕ ਹੈਗੇ ਆ ਨਾ, ਜਿਹੜੇ ਮੋਸਟ ਲੋਕ ਹੈਗੇ ਉਹ ਆਪਣੇ ਫੈਸਲੇ ਖੁਦ ਕਰ ਲੈਂਦੇ ਆ। ਹਾਂਜੀ ਹਾਂਜੀ। ਪਰ ਜਿਹੜੇ ਬਹੁਤ ਥੋੜੇ ਕੁਝ ਲੋਕੀ ਜਿਹੜੇ ਹੈਗੇ ਆ Yeah, yeah. ਉਹ ਨਾ ਉਹ ਫੈਸਲਾ ਕਰ ਸਕਦੇ ਆ ਕਿਉਂਕਿ ਉਹਨਾਂ ਦੀਆਂ ਬਹੁਤ ਜ਼ਿਆਦਾ ਕਾਫੀ ਗੁੰਝਲਦਾਰ ਪ੍ਰੋਬਲਮ ਹੋ ਜਾਂਦੀਆਂ ਉਹਨਾਂ ਦੀਆਂ ਮੁਸ਼ਕਲਾਂ। ਹਾਂਜੀ, ਉਹ ਜਦੋਂ ਫਿਰ ਕੋਰਟ ਵਿੱਚ ਜਦੋਂ ਆਪਣਾ ਕੇਸ ਕਰਦੇ ਆ, ਕੋਰਟ ਵਿੱਚ ਟਾਈਮ ਲੌਂਗ ਡਿਲੇਜ਼ ਉੱਥੇ ਲੱਗਦੇ ਆ, ਟਾਈਮ ਬਹੁਤ ਦੇਰ ਲੱਗਦਾ ਹੈ, ਉੱਥੇ ਪੈਸਾ ਬਹੁਤ ਖਰਚ ਹੁੰਦਾ ਹੈ। ਸੋ ਫਜ਼ੂਲ ਪੈਸਾ ਖਰਚ ਹੋ ਜਾਂਦਾ ਉੱਥੇ ਜਾਣ ਕੋਰਟ ਨੂੰ ਜਾਣ ਨੂੰ। ਉਹਨਾਂ ਨੂੰ ਹੁੰਦਾ ਵੀ ਅਸੀਂ ਕੋਰਟ ਜਾਣਾ ਤੇ ਸਾਡਾ ਫੈਸਲਾ ਹੋ ਜਾਣਾ। ਸੋ ਤੁਸੀਂ ਇਹਦੇ ਵਿੱਚ ਤੁਸੀਂ ਸੰਭਾਲ ਕਰ ਸਕਦੇ ਹੋ ਉਹਨਾਂ ਦੀ ਕੋਰਟ ਤੋਂ ਜਾਣ ਤੋਂ ਪਹਿਲਾਂ, ਜਾਨੀ ਤੁਸੀਂ ਸੋਲਵ ਕਰ ਸਕਦੇ ਪ੍ਰੋਬਲਮਸ। ਹਾਂਜੀ ਬਿਲਕੁਲ ਬਹੁਤ ਕਰ ਸਕਦੇ ਆ। ਦੇਖੋ ਹਮ ਸੋ ਕੰਮ ਤੁਸੀਂ ਕੰਮ ਕਰਦੇ ਹੋ ਨਾ। ਇਹ ਵੀ ਦੱਸੋ ਕਿਉਂਕਿ ਦੇਖੋ ਇੱਕ there's no need for any statutory involvement unless it's a child Protection. safeguarding Yes. issue. So we need to be very clear At what point would the safeguarding issue kick in? So for example, in cases where I don't know, mum might be saying dad's not good enough, where Or we've he's got drinking or whatever. there's alcohol issues, there's drug issues, mental health issues, or where domestic violence, domestic abuse, Yeah. but also where there might be a risk to the child. The court is very interested in what is the risk to the child and what are the reasons why the child may not be able to live with one parent or the other. And the child's wishes and feelings as well. Yeah, that's important, I suppose. We have to really be careful about children's wishes and feelings, okay? Because it's all about age and maturity as well. So children are not really Gaelic competent up until the age of 16. If they're under 15, 16, 17. Well, it depends. You have to go through a test as well. So what sort of a test do you go through? Could you just can you just say it a bit? I think that in itself is a whole complex assessment. So if, for example, a child is saying, I don't want to go and live with my mum, or I don't want to live with my dad, that makes it really hard for children. Of course it does, yeah. Because they don't want to choose amongst each other. Yeah. But sometimes children have no choice. Right. Yeah. Although they feel that they have a choice, like people like me and Sukhchanda might go and see them, and they might say, I don't want to go and see my dad, or I don't want to see my mum. We have to understand what are the influences around that. Why does that child not want to see their mum or their dad?
Because that's a really hard thing for a child to It's a very say. big thing to It's a very big talk decision about, for a yeah, child to yeah. But make. isn't that where the guardian ad litem comes in as well? The ਹਾਂਜੀ। independent guardian, Yeah. yeah? ਹਾਂਜੀ ਲੈ ਮੈਂ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਕੇ ਜਾਈਏ। ਠੀਕ ਹੈ, ਚਲੋ ਠੀਕ ਜੀ ਹੈ। ਦੇਖੋ ਹੁਣ ਪੇਰੈਂਟਸ ਹੋ ਗਏ ਕਿ ਉਹਨਾਂ ਦਾ ਨਹੀਂ ਫੈਸਲਾ ਕਰ ਸਕਦੇ ਉਹ, ਉਹਨਾਂ ਨੇ ਪੂਰੀਆਂ ਕੋਸ਼ਿਸ਼ ਕੀਤੀ, ਮੀਡੀਏਸ਼ਨ ਵੀ ਜਾ ਚੁੱਕੀ ਹੈ, ਉਹਨਾਂ ਦਾ ਨਹੀਂ ਕਿਸੇ ਨਤੀਜੇ ਤੇ ਪਹੁੰਚੇ ਕਿ ਵੀ ਬੱਚਿਆਂ ਦਾ ਕੀ ਇੰਤਜ਼ਾਮ ਹੋਣਾ ਚਾਹੀਦਾ, ਹੋਰ ਕੋਰਟ ਵਿੱਚ ਜਾਂਦੇ ਆ। ਜਦੋਂ ਕੋਰਟ ਵਿੱਚ ਐਪਲੀਕੇਸ਼ਨ ਕਰਦੇ ਪਹਿਲਾਂ ਕੋਰਟ ਪਹਿਲਾਂ ਤਾਂ ਜਿਹੜੀ ਕੈਫਕੈਸ ਹੈਗੀ ਨਾ, ਇਹ ਇੱਕ ਉਹ ਸੰਸਥਾ ਹੈਗੀ ਆਪਣੀ, Yeah, ਉਹਨੂੰ ਅਪੋਇੰਟ ਕਰਦੇ ਵੀ ਉਹਨਾਂ ਨੇ ਜਿਹੜੀਆਂ ਇੱਕ ਉਹਨਾਂ ਨੇ ਥੋੜ੍ਹੀਆਂ ਦੇਖਣਾ ਹੁੰਦਾ ਵੀ ਉਹਨਾਂ ਦਾ ਕੋਈ ਸੇਫ ਗਾਰਡਿੰਗ ਇਸ਼ੂ ਤਾਂ ਨਹੀਂ ਹੈਗੇ। ਉਹਨਾਂ ਨੇ ਬਹੁਤ ਹੀ ਬਰੀਫ ਰਿਪੋਰਟ ਕਰਨੀ ਹੈ, ਥੋੜ੍ਹੀ ਪੇਰੈਂਟਸ ਨਾਲ ਗੱਲ ਕਰਨੀ, ਥੋੜ੍ਹੀ ਦੋਨਾਂ ਨਾਲ, ਬਾਕੀ ਉਹਨਾਂ ਨੂੰ ਚੈੱਕਸ ਕਰਨੀਆਂ ਹੁੰਦੀਆਂ ਪੁਲਿਸ ਨਾਲ, ਲੋਕਲ ਅਥਾਰਟੀ ਨਾਲ, ਤੇ ਸਾਰੀਆਂ ਜਿਹੜੀਆਂ ਚੈੱਕਸ ਕਰਕੇ ਦੇਖਦੇ ਵੀ ਇਹਨਾਂ ਜਿਹੜੇ ਮਾਂ-ਬਾਪ ਨੇ ਇਹਨਾਂ ਬਾਰੇ ਕੋਈ ਉਹ ਤਾਂ ਨਹੀਂ ਕੋਈ ਮੁਸ਼ਕਿਲ, ਹਾਂਜੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਸੋਸ਼ਲ ਸਰਵਿਸਿਜ਼ ਤਾਂ ਨਹੀਂ ਜਾਣਦੇ, ਜਾਂ ਵੀ ਕ੍ਰਿਮੀਨਲ ਰੈਕੋਰਡ ਤਾਂ ਨਹੀਂ ਹੈਗਾ। ਸ਼ੁਕਰ ਸਾਰਾ ਚੈੱਕ ਕਰਦੇ ਆ ਉਹਨਾਂ ਦਾ ਰੈਕੋਰਡ ਜਿਹੜਾ, ਉਹਦੇ ਵਿੱਚ ਦੇਖ ਕੇ ਵੀ ਜੇ ਸੇਫ ਗਾਰਡਿੰਗ ਜਿਹੜੀ ਲੈਟਰ ਹੁੰਦੀ ਹੈ ਉਹ ਕੈਫਕਾਸ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ। ਉਹ ਜੇ ਉਹਦੇ ਵਿੱਚ ਸੇਫ ਗਾਰਡਿੰਗ ਇਸ਼ੂ ਹੋਣ ਫਿਰ ਉਹ ਫਿਰ ਉਹ ਜ਼ਿਆਦਾ ਗੁੰਝਲਦਾਰ ਹੋ ਜਾਂਦਾ ਹੈ। ਜੇ ਨਹੀਂ ਹੋ ਜਾਂਦਾ ਫਿਰ ਕੋਰਟ ਵਿੱਚ, ਠੀਕ ਹੈ, ਹਾਂਜੀ, ਫਿਰ ਤੁਸੀਂ ਜੱਜ ਨੇ ਫੈਸਲਾ ਕਰਨਾ ਹੁੰਦਾ ਹੈ ਵੀ ਬੱਚਿਆਂ ਦਾ ਕੀ ਫੈਸਲਾ ਹੋਣਾ ਚਾਹੀਦਾ। ਇਹਦੇ 'ਚ ਭੈਣ ਜੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵਿਊਅਰਸ ਨੂੰ, ਜੇ ਹੈ ਨਾ ਕਿ ਰੱਬ ਨਾ ਚਾਹੇ ਵੀ ਕਿਸੇ ਫੈਮਿਲੀ ਨਾਲ ਇੱਦਾਂ ਹੋਵੇ, ਅਸੀਂ ਚਾਹੁੰਦੇ ਵੀ ਜੇ ਫੈਮਿਲੀ ਦੇ ਵਿੱਚ ਕੌਨਫਲਿਕਟ ਹੈਗਾ ਤਾਂ ਉਹ ਕੋਈ ਨਾ ਕੋਈ ਤਰੀਕੇ ਨਾਲ ਸੋਲਵ ਕਰ ਲੈਣ, ਪਰ ਜੇ ਤੁਹਾਨੂੰ ਇੱਦਾਂ ਕੇਸ ਕੋਈ ਆ ਜਾਵੇ ਤੇ ਉੱਥੇ ਓਨੈਸਟੀ ਬਹੁਤ ਇੰਪੋਰਟੈਂਟ ਹੈ, ਸੱਚਾਈ ਹਨਾ? ਜੇ ਤੁਸੀਂ ਛੁਪਾਓਗੇ ਤਾਂ ਪੁੱਠੀ ਪੈ ਸਕਦੀ ਤੁਹਾਡੇ ਤੇ। ਦੇਖੋ ਮੈਂ ਤਾਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਜਦੋਂ ਪੇਰੈਂਟਸ ਨਾਲ ਗੱਲ ਕਰਨੀ ਵੀ ਇਹ ਫੈਸਲਾ ਤੁਹਾਡਾ ਬੱਚੇ ਵਾਸਤੇ ਹੋਣਾ, ਉਹਦੀ ਜ਼ਿੰਦਗੀ ਭਰ ਉਹਦੇ ਤੇ ਇੰਪੈਕਟ ਹੋਣਾ ਉਹਦਾ। ਇਸ ਕਰਕੇ ਜਿਹੜੇ ਬੱਚਿਆਂ ਦਾ ਕੋਈ ਵੀ ਫੈਸਲਾ ਹੋਣਾ ਚਾਹੀਦਾ ਉਹ ਓਨੈਸਟੀ ਤੇ ਆਪਣੀ ਇਮਾਨਦਾਰੀ ਨਾਲ ਹੋਣਾ ਚਾਹੀਦਾ ਹੈ। ਜੇ ਉਹ ਗਲਤ ਇਨਫੋਰਮੇਸ਼ਨ ਨਾਲ ਹੁੰਦਾ ਹੈ ਤਾਂ ਉਹ ਫੈਸਲਾ ਤੁਹਾਡੇ ਬੱਚੇ ਲਈ ਗਲਤ ਵੀ ਹੋ ਸਕਦਾ ਹੈ। ਵਿਦਹੋਲਡ ਸਸਪੀਸ਼ਨਸ ਵੀ ਹੋ ਸਕਦੀ ਜੇ ਵਿਦਡਰਾਅਲ in child protection concerns, can't they? Yeah. I think what it is, it's so complex because we're talking about relationships. And when we end a marriage or a divorce, people are naturally going to be negative about that. Of course they're going to be. Cursing each other. So we don't like each other. So if I don't like you, then my child may not like you. Or if I'm being... So we kind of hold on to our children in a way that we do it almost like protectively. But what we don't realise is that for our children, their childhood is only up until the age of 16, 18. Right. After that, they still got to have their parents. And our children live in a community. Our children are not just born between two parents. A lot of our children are born with grandparents. Definitely. My own daughter, you know, she's lived with her maternal and paternal her bibi and baba and her nana nanny. So our children are not just grown up amongst with us. The two parents. So what we find, especially in our cases, that especially in our community, is that they lose... we're taking our children out of a community. So who does our child begin to think that they belong? Because sometimes the grandparent might be more important than the parent. Of course. From both sides. Because they might be the main carer. Well, a lot of grandparents are main carers. Especially when our parents are going to work. So in terms of the legal process, how would they have a say? Do they have a say or... ਜਦੋਂ ਕੋਰਟ ਨੇ ਕੋਈ ਫੈਸਲਾ ਕਰਨਾ ਬੱਚਿਆਂ ਬਾਰੇ, ਉਹ ਜਿਹੜੇ ਹੈਗੇ ਉਹਨੂੰ ਕਹਿੰਦੇ ਵੈਲਫੇਅਰ ਚੈੱਕ ਲਿਸਟ ਹੁੰਦੀ ਹੈ। ਉਹਦੇ ਵਿੱਚ ਪਹਿਲਾਂ ਤਾਂ ਦੇਖੇ ਬੱਚੇ ਦੀਆਂ ਵਿਸ਼ੇਸ ਫੀਲਿੰਗਸ ਕੀ ਆ, ਤੇ ਉਹਦੀ ਏਜ ਤੇ ਅੰਡਰਸਟੈਂਡਿੰਗ ਦੇ ਹਿਸਾਬ ਨਾਲ, ਮੈਚੁਰਿਟੀ ਦੇ ਹਿਸਾਬ ਨਾਲ ਬੱਚਾ ਕੀ ਕਹਿੰਦਾ, ਬੱਚੇ ਕੀ ਚਾਹੁੰਦੇ ਆ। ਇੱਥੇ ਕਈ ਪੇਰੈਂਟਸ ਮੈਂ ਦੇਖਿਆ, ਮੇਰੇ ਐਕਸਪੀਰੀਅੰਸ ਦੇ ਵਿੱਚ ਵੀ ਦੇਖਿਆ, ਜੇ ਬੱਚੇ ਤੋਂ ਕਹਾ ਦਿਓ ਜੀ ਦੇਖਣਾ ਨਹੀਂ ਹੈਗਾ, ਜਾਂ ਬੱਚੇ ਨੂੰ ਤੁਸੀਂ ਇੱਦਾਂ ਕਰਕੇ ਬਸ ਰੋਣਾ ਸ਼ੁਰੂ ਕਰ ਦਿਓ, ਸਕਰੀਮ ਕਰਨਾ ਸ਼ੁਰੂ ਕਰ ਦਿਓ ਵੀ ਜਦੋਂ ਤੁਸੀਂ ਆਪਣੇ ਪਿਓ ਨੂੰ ਦੇਖਣ ਜਾਣਾ ਆ, ਜਾਂ ਆਪਣੀ ਮਾਂ ਨੂੰ, ਜੇ ਉਹ ਪਿਓ ਕੋਲੇ ਤਾਂ ਮਾਂ ਵੱਲ ਦੇਖਣ ਜਾਣਾ ਆ। ਉਹ ਸੋਚਦੇ ਆ ਕਿ ਜੇ ਬੱਚੇ ਨੂੰ ਸਿਖਾ ਦਈਏ ਇੱਦਾਂ ਕਰ ਦੇਵੇ ਤਾਂ ਫੈਸਲਾ ਹੋ ਜਾਣਾ। ਇਹ ਸਾਰਿਆਂ ਨੂੰ ਨੋਟ ਕਰਨਾ ਚਾਹੀਦਾ ਕਿ ਇਹ ਇੱਕ ਫੈਕਟਰ ਹੈ, ਇਹ ਸਿਰਫ ਇੱਕ ਫੈਕਟਰ ਹੈ ਬੱਚੇ ਦੀ ਵਿਸ਼ੇਸ਼ਤਾ ਫੀਲਿੰਗ। ਦੇਖਦੇ ਜਦੋਂ ਇਦਾਂ ਕੋਈ ਸਿਖਾਲਦਾ ਤੇ ਬੱਚੇ ਨੂੰ ਤੇਰਾ ਪੇ ਨਹੀਂ ਚੰਗਾ, ਜਾਂ ਉਹ ਕਵੇ ਤੇਰੀ ਮਾਂ ਨਹੀਂ, ਤੇਰੀ ਮੰਮੀ ਇਦਾਂ ਕਰਦੀ ਆ, ਜਾਂ ਫਿਰ ਤੁਸੀਂ ਕਿੱਦਾਂ ਬੱਚੇ ਨੂੰ ਐਨਾਲਾਈਜ਼, ਤੁਸੀਂ ਕਿੱਦਾਂ ਦੇਖਦੇ ਬੱਚੇ ਨੂੰ? ਹਾਂ ਦੇਖੋ, ਇਸੇ ਵਿੱਚ ਸਾਡੀ ਸਾਰੀ ਟ੍ਰੇਨਿੰਗ ਹੁੰਦੀ ਹੈ, ਅਸੀਂ ਬੱਚੇ ਨਾਲ ਜੋ ਡਾਇਰੈਕਟ ਬੈਠ ਕੇ ਦੇਖਣਾ ਹੁੰਦਾ ਹੈ ਨਾ,
ਤੇ ਉਹ ਸੀ ਉਹਨੂੰ ਪੁੱਛਣਾ ਵੀ ਤੂੰ ਕੀ ਕਰਨਾ, ਤੂੰ ਮਾਂ ਕੋਲ ਰਹਿਣਾ ਜਾਂ ਪਿਓ ਕੋਲ ਰਹਿਣਾ। ਅਸੀਂ ਡਾਇਰੈਕਟ ਕੁਐਸਚਨ ਨਹੀਂ ਪੁੱਛਣਾ ਬੱਚੇ ਨਾਲ। ਮੈਂ ਬੱਚਿਆਂ ਨਾਲ ਕੰਮ ਕਰਦੀ ਹਾਂ, ਬਿਲਕੁਲ ਜੀ। ਹਾਂਜੀ, ਮੈਂ ਉੱਥੇ ਬੱਚਿਆਂ ਕੋਲੇ ਮੈਂ ਉਹਨਾਂ ਦੀ ਪਹਿਲਾਂ ਤਾਂ ਉਹਨਾਂ ਬਾਰੇ ਸੋਚਦੀ ਹਾਂ ਵੀ ਤੁਹਾਨੂੰ ਕੀ ਚੰਗਾ ਲੱਗਦਾ ਹੈ, ਤੁਹਾਡੀ ਕੀ ਫੇਵਰਿਟ ਚੀਜ਼ਾਂ, ਕੌਣ ਤੁਹਾਡੀ ਜ਼ਿੰਦਗੀ 'ਚ ਇੰਪੋਰਟੈਂਟ ਹੈਗਾ। ਇੱਕ ਕਹਿੰਦੇ ਹੁੰਦੇ ਇਕੋ ਮੈਪ ਹੁੰਦਾ ਹੈ, ਇਕੋ ਮੈਪ ਦੇ ਵਿੱਚ ਦੇਖਣਾ ਵੀ ਤੁਹਾਡੇ ਆਲੇ ਦੁਆਲੇ ਕੌਣ ਤੁਹਾਨੂੰ ਜ਼ਰੂਰੀ ਇਨਸਾਨ ਹੈਗੇ ਆ, ਉਹਨਾਂ ਨਾਲ ਫਿਰ ਅਸੀਂ ਯਾਨੀ ਰੋਲਸ ਕੌਣ ਕੀ ਕਿੱਦਾਂ ਪਲੇ ਕਰਦੇ ਪੈਰੈਂਟ। ਹਾਂਜੀ, ਫਿਰ ਵਿਦਨ ਵਿਚ ਲੁੱਕ ਐਕਚੁਅਲੀ ਵੀ ਤੁਹਾਡਾ ਵੀ ਫਿਰ ਉਹ ਐਕਸਪਲੋਰ ਥੋੜ੍ਹਾ ਕਰਦੇ ਹਾਂ ਅਸੀਂ ਬਾਕੀਆਂ ਨਾਲ ਵੀ ਕਿੱਦਾਂ ਦੇ ਰਿਲੇਸ਼ਨਸ਼ਿਪ ਹੁੰਦੇ ਆ। ਉਹ ਜਦੋਂ ਅਸੀਂ ਕੰਮ ਡਾਇਰੈਕਟਲੀ ਅਸੀਂ ਬੱਚਿਆਂ ਨੂੰ, ਜੇ ਉਹਨਾਂ ਦੇ ਬੱਚੇ ਤਾਂ ਕਹਿੰਦੇ ਹੁੰਦੇ ਨਾ ਇਨਸਾਨ ਬੜੇ ਇਨੋਸੈਂਟ ਹੁੰਦੇ ਆ, ਮਾਸੂਮ ਬੱਚੇ ਹੁੰਦੇ ਆ ਜੀ ਬੱਚੇ, ਉਹਨਾਂ ਕੋਲੋਂ ਜੋ ਕੁਛ ਉਹਨਾਂ ਨੂੰ ਕਈ ਵਾਰੀ ਜੇ ਤਾਂ ਸਿਖਾਇਆ ਹੁੰਦਾ ਵੈਰੀ ਕਲੀਅਰਲੀ, ਉਹਨਾਂ ਨੇ ਕਹਿਣਾ ਵੀ ਜੇ ਮੈਨੂੰ ਮਾਂ ਨੇ ਮਾਰਿਆ ਜਾਂ ਮੇਰੇ ਬਾਪੂ ਮਾਰਦੇ ਸੀ, ਉਹਨੂੰ ਜੇ ਅਸੀਂ ਅੱਗੇ ਥੋੜੇ ਦੇਖਣਾ ਵੀ ਮਾਰਿਆ ਸੀ, ਕਿੱਥੇ ਮਾਰਿਆ ਸੀ, ਕਦੋਂ ਮਾਰਿਆ ਸੀ, ਉਹ ਤਾਂ ਸਿਰਫ ਉਹ ਸਟੇਟਮੈਂਟ ਸਿੰਪਲ ਦੇ ਸਕਦੇ ਆ, ਅੱਗੇ ਉਹ ਡਿਟੇਲ ਦੇ ਨਹੀਂ ਸਕਦੇ ਜੀ, ਕਿਉਂਕਿ ਹਾਂਜੀ ਜਦੋਂ ਉਹ ਤਾਂ ਫਿਰ ਅਸੈਸਮੈਂਟ ਹੋ ਜਾਂਦੀ ਹੈ ਨਾ। ਪਰ ਆਪਾਂ No, I just wanted to say also with what Suchanda's saying is we also look at the other things like what is the child's health like, what is their education like, what are their relationship likes with others. Because if the child is able to describe them friends in the locality. Yeah, but even if you can tell if it's child's frightened and it's going running to the corner and not. Well, sometimes children will do that because that's what they want their parents want them to do. When people like myself, like social workers, go and do that, there's already a scaremongering. The social workers coming over. You've got to say this. Make sure you don't say that. So again, the child doesn't always able to express their real voice in the way that they would really like to. These are all the issues that involved at the point at which the agencies might get involved. Yeah. But if we move things a bit further down the line, at the point where the children now, divorce has happened or separation, how does that affect psychologically the children come? I don't know if we want. ਦੇਖੋ ਬੱਚਿਆਂ ਤੇ ਹਾਂਜੀ ਬੱਚਿਆਂ ਤੇ ਬਹੁਤ ਗਲਤ ਅਸਰ ਪੈਂਦਾ। ਦੇਖੋ ਇਹਦੇ ਵਿੱਚ ਇੱਕ ਫਸਟ ਆਫ ਆਲ ਕੋਈ ਜਿਹੜੇ ਆਪਣੀ ਹੈਪੀ ਮੈਰਿਜ ਬ੍ਰੇਕ ਡਾਊਨ ਨਹੀਂ ਹੁੰਦੀਆਂ। ਜੇ ਤੁਸੀਂ ਆਪਣੇ ਘਰ ਖੁਸ਼ ਹੋ, ਕੋਈ ਨਹੀਂ ਚਾਹੁੰਦਾ ਕਿ ਤੁਸੀਂ ਆਪਣਾ ਘਰ ਖੁਸ਼ੀ ਨੂੰ ਤੋੜ ਕੇ ਅਸੀਂ ਆਪਣੇ ਅਲੱਗ ਹੋਈਏ। ਹਾਂਜੀ, ਜੇ ਤਾਂ ਉਹ ਬੱਚਿਆਂ ਦੇ ਅਸਰ ਪਊਗਾ ਗਲਤ, ਥੋੜਾ ਜਿਹਾ ਨੈਗੇਟਿਵ ਅਸਰ ਪੈਣਾ ਜਦੋਂ ਮਾਂ ਬਾਪ ਜਦੋਂ ਉਹਨਾਂ ਦਾ ਬ੍ਰੇਕਅਪ ਹੁੰਦਾ, ਕਿਉਂਕਿ ਉਹਨਾਂ ਦੀ ਫੈਮਿਲੀ ਜਿਹੜੀ ਇਹਨਾਂ ਦੀ ਸਿਕਿਉਰਿਟੀ ਹੁੰਦੀ ਉਹ ਬ੍ਰੇਕ ਡਾਊਨ ਹੋ ਜਾਂਦੀ ਹੈ। ਏਜ ਦਾ ਵੀ ਫਰਕ ਪੈਂਦਾ। ਜੇ ਹੁਣ ਛੋਟੇ ਬੱਚਾ 5 ਸਾਲ ਦਾ ਹੋਵੇ, ਜੇ ਹੁਣ ਛੋਟੀ ਉਮਰ ਦੇ ਵਿੱਚ ਕਨਫਲਿਕਟ ਦੇਖਦਾ, ਉਹ ਮਨ ਤੇ ਅਸਰ ਕਾਫੀ ਪੈਂਦਾ ਬੱਚੇ ਦੇ। ਹੁਣ ਜਿਹੜਾ ਟੀਨੇਜ ਦੇਖੇ, I think there must be a different kind of effect. Different levels. Well, there is. I mean, if your child is, say for example, you've got a child, mom and dad were living together, both parents were okay. I'm just using this as an example, okay? And then after about a year, those parents decide to separate, and it does happen. I don't want us to think that in our community that doesn't happen. It does happen. That is a very early stages of that child development, and I think one of the things that we talk a lot about is the 1001 days of the child's brain, because that is formed in what we give, what we put in 100%. Is what we're going to get out towards the end of it. Now, if that child's been brought up where they don't know who their mom is or they don't know who their dad is, and suddenly they're expected to have a relationship with that other parent, and there's no formative attachment, then that's really, really tricky for that child. So again, it's not just about that, but it's also about that child thinking about, well, how do relationships work? We learn from our parents, don't we? Our mums and dads get on. We're more likely to get on with other people. It's a really important point. I've looked into this as well. There's ਕਾਫੀ ਰਿਸਰਚ ਆ ਵੀ ਆਪਾਂ ਕਈ ਵਾਰੀ ਸੋਚਦੇ ਵੀ ਜਦੋਂ ਬੱਚਿਆਂ ਤੇ ਜੋ ਫੈਮਿਲੀ ਦੇ ਵਿੱਚ ਕੰਫਲਿਕਟ ਹੋਵੇ ਵੀ ਉਹ ਸ਼ਾਇਦ ਸਾਈਕੋਲੋਜੀਕਲ ਇਫੈਕਟ ਤਾਂ ਹੁੰਦੀ ਆ, but they've found research that can also affect them biologically. ਉਹਨਾਂ ਦੀ ਬ੍ਰੇਨ ਜਿਹੜੀ ਡਿਵੈਲਪਮੈਂਟ ਹੈ ਨਾ ਉਹਦੇ ਤੇ the good thing is that it's called brain plasticity. You know about this. Over time, वो healing भी हो सकती है. You can heal that as well, can't you? And you can only heal that if you work with the family to support the child. That's it, that's right. And that's why we're saying that we need to get those parents together so that child's developmental stages are met. The child can build
their resilience, their confidence. We want our children to have all of those things. Of course we do. But We want our sometimes- children to go to school and learn about things. They'll struggle if there's conflict at home. So ਚੰਦ ਇਦਾਂ ਵੀ ਕਈ ਵਾਰੀ ਹੁੰਦਾ when you've got these conflict situations, no? ਹਾਂਜੀ ਕਈ ਵਾਰੀ the children can become a kind of almost like a kind of football. Yeah. Well, they are. And they can be used maybe I mean I don't know how common this is, but sometimes say to hurt for the wife to hurt her husband, they might distress the child. Yeah. Because that's kind of easier than I don't know, that it becomes very complex. It's very Very common. complex. It's very common. Unfortunately, ਜਦੋਂ parents ਜਦੋਂ ਜਿੱਦਾਂ ਕੈਮਰਾ ਨੇ ਪਹਿਲਾਂ ਕਿਹਾ ਸੀਗਾ ਵੀ ਜਦੋਂ ਕੋਈ ਤੁਹਾਡਾ ਰਿਸ਼ਤਾ ਟੁੱਟਦਾ ਹੈ ਹਾਂਜੀ ਉਹਦੇ ਵਿੱਚ ਬਹੁਤ ਜਿਹੜੇ ਤੁਹਾਡੇ ਇਮੋਸ਼ਨਸ ਬਹੁਤ ਹਾਈਲੀ ਚਾਰਜ ਹੁੰਦੇ ਆ ਬਿਲਕੁਲ ਜੀ, ਹਾਂਜੀ ਬਿਲਕੁਲ। ਤੁਹਾਡਾ ਦਿਲ ਟੁੱਟਿਆ ਹੁੰਦਾ ਦੁਖੀ ਹੁੰਦੇ ਹੋ ਤੁਸੀਂ ਕਿਉਂਕਿ ਜੋ ਕੁਝ quite ਤੁਸੀਂ disturbed ਹੋਇਆ ਉਮੀਦਾਂ ਨਾਲ ਹੁੰਦਾ। ਤੁਸੀਂ ਜਿਹੜਾ ਘਰ ਬਣਾਇਆ ਹੁੰਦਾ ਆ ਉਹ ਜਦੋਂ ਟੁੱਟ ਜਾਵੇ ਜੀ। ਉਹਦੇ ਵਿੱਚ ਦੁੱਖ ਤਾਂ ਹੋਣਾ ਹੀ ਹੈ ਬਿਲਕੁਲ ਤਾਂ ਹੋਣਾ ਹੀ ਹੈ। ਕਿਸੇ ਨੂੰ ਵੀ ਉਹ ਦੁੱਖ ਹੋਏਗਾ ਜੇ ਉਹ ਜਿਹੜੀਆਂ ਫੀਲਿੰਗਸ ਤੁਹਾਡੀਆਂ ਬ੍ਰੇਕਅਪ ਤੋਂ ਹੁੰਦੀਆਂ ਨੇ ਜੇ ਉਹ ਤੁਸੀਂ ਪ੍ਰੋਪਰਲੀ ਮੈਨੇਜ ਨਹੀਂ ਕਰਦੇ ਤਾਂ ਉਹ ਤੁਹਾਡੇ ਬੱਚਿਆਂ ਤੇ ਜਾ ਕੇ ਉਹਨਾਂ ਦਾ ਉਹ ਅਸਰ ਹੋਊਗਾ ਕਿਉਂਕਿ ਉਹ ਜਦੋਂ ਤੁਸੀਂ ਆਪਣੀਆਂ ਉਹ ਜਿਹੜੀਆਂ ਫੀਲਿੰਗਸ ਨੈਗੇਟਿਵ ਹਾਂਜੀ ਜਿਹੜਾ ਦੂਸਰੇ ਤੇ ਗੁੱਸਾ ਉਹਨਾਂ ਦੇ ਜੋ ਕੁਝ ਵੀ ਬਲੇਮ ਹੈ ਜੋ ਵੀ ਹੈ ਉਹ ਦੂਸਰੇ ਬੰਦੇ ਤੇ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹਦੀ ਉਹ ਤੁਸੀਂ ਆਪਣੀਆਂ ਨਾ ਪ੍ਰੋਜੈਕਟ ਕਰਦੇ ਬੱਚਿਆਂ ਤੇ ਬਿਲਕੁਲ ਹਾਂਜੀ ਵੀ ਮੈਂ ਉਹ ਕਈ ਵਾਰੀ ਜਿਹੜੇ ਪੇਰੈਂਟਸ ਹੈ ਨਾ ਜੇ ਬੱਚਿਆਂ ਦੀ ਜ਼ਰੂਰਤਾਂ ਤੇ ਆਪਣੀਆਂ ਜ਼ਰੂਰਤਾਂ ਨੂੰ ਐਨ ਅਨਮੈਸ਼ ਕਰ ਲੈਂਦੇ ਆ ਸੈਪਰੇਟਲੀ ਰੱਖਦੇ ਜ਼ਰੂਰੀ ਹੈਗਾ ਕਿ ਇਹ ਦੇਖਣਾ ਚਾਹੀਦਾ ਕਿ ਬੱਚੇ ਦਾ ਆਪਣਾ ਹੱਕ ਹੈ ਉਹਨਾਂ ਦੀਆਂ ਜ਼ਰੂਰਤਾਂ ਤੁਹਾਡੇ ਨਾਲੋਂ ਉਹਨਾਂ ਦੀ ਡਿਵੈਲਪਮੈਂਟ ਦੀ ਹਾਂਜੀ ਤੁਹਾਡੀਆਂ ਜ਼ਰੂਰਤਾਂ ਤੇ ਬੱਚਿਆਂ ਦੀਆਂ ਜ਼ਰੂਰਤਾਂ ਅਲੱਗ-ਅਲੱਗ ਨੇ ਹਾਂਜੀ ਉਹ ਇੱਕ ਹੋਰ ਇਨਸਾਨ ਹੈ ਆਪਣੀ ਉਹਨਾਂ ਦੀ ਆਇਡੈਂਟੀਟੀ ਤੁਸੀਂ ਬਣਾਉਣੀ ਆ ਇਹ ਨਹੀਂ ਹੈਗਾ ਕਿ ਤੁਸੀਂ ਆਪਣੀ ਥੱਪ ਦੋ ਪਰ ਇਹ ਕਨਸੈਪਚੁਅਲੀ ਨਾ ਇਹ ਬਹੁਤ ਵੱਡਾ ਚੈਲੰਜ ਹੈ ਸਾਡੇ ਵਾਸਤੇ ਕਿਉਂਕਿ ਸਾਡੇ ਟ੍ਰੈਡੀਸ਼ਨ ਦੇ ਵਿੱਚ ਇਹ ਆ ਵੀ ਜਿਹੜੇ ਬੱਚੇ ਆ ਕਹਿੰਦੇ ਔਲਾਦ ਆ ਸਾਡੀ ਪ੍ਰਾਪਰਟੀ ਬਣਾ ਦਿੰਦੇ ਵੀ ਇਹ ਸਾਡੀ ਪ੍ਰਾਪਰਟੀ ਆ that we own it ਸਪੈਸ਼ਲੀ ਜਿਹੜੀਆਂ ਲੜਕੀਆਂ ਨੂੰ ਜ਼ਿਆਦਾ ਸਮਝਦੇ ਆ ਵੀ ਇਹ ਹੈ ਪ੍ਰਾਪਰਟੀ ਆਪਾਂ ਸੌਰੀ ਪੇਕੀ ਘਰ ਚੋਂ ਇਹ ਵੱਡੀ ਹੋ ਕੇ ਤਾਂ ਸੌਰੀ ਕਰਦੇ ਰਹਿਣੀ ਆ So that's a conceptual shift towards children's rights because in the traditional culture they had no rights, they were our property, you know? Yeah. And a child isn't a property. A child is an individual. They're not like I think sometimes parents confuse their financial arrangements and settlements around their children as well. Yeah, they do. So actually if I'm going to have if you're going to have this those become enmeshed into these sort of situations as well. And sometimes children, you know, I've got parents, you know, when you've separated, they're going to have to buy two of things. So we are going to have greater levels of and children disparity can play between income against as well. Parents as well. Yeah, well they do. Play against each other. Yeah, they do. Oh, my dad bought me this, and you haven't or bought me I'll that. go and Or you live haven't with done this dad. for I'll me. go and live with dad now because Yeah. he can give me more of this, or I'm going to live with my mom because she's a little bit more flexible Yeah. around this. That's right. Parenting styles play a big role in this as well. Some parents are more traditional. Some parents are less traditional. And how do you deal with that when a child plays against parents? ਦੇਖੋ ਇੱਕਦਮ just going back to wider issue of conflict ਹਾਂ ਤੁਸੀਂ ਹਾਂਜੀ we'll come to that in a minute. I think ਉਹਦੇ ਵਿੱਚ conflict ਦਾ ਜਿਹੜਾ ਬੱਚੇ ਤੇ ਅਸਰ ਪੈਂਦਾ ਹੈ ਉਹ ਸਿਰਫ ਅਸਰ ਹੁਣ now and here and now ਨਹੀਂ ਹੈਗਾ ਉਹ ਜੇ ਬੱਚੇ ਤੇ constant conflict ਰਹਿੰਦਾ ਹੈ ਉਹ ਜਿਹੜਾ ਬੱਚੇ ਨੂੰ ਇਮੋਸ਼ਨਲੀ ਉਹਨੂੰ ਨੁਕਸਾਨ ਪਹੁੰਚਦਾ ਹੈ ਦਿਮਾਗੀ ਤੌਰ ਤੇ ਉਹਦੇ ਬੱਚੇ ਦੇ ਨਾਲ ਉਮਰ ਭਰ ਰਹਿੰਦਾ ਹੈ ਬਿਲਕੁਲ ਰਹਿੰਦਾ ਜੇ ਉਹੀ conflict ਜੇ ਪੇਰੈਂਟਸ ਮੈਨੇਜ ਕਰ ਲੈਣ ਬੈਟਰ and this is the message I really want to give out ਹਾਂਜੀ love and hate relationship ਹੋ ਜਾਂਦੀ ਹੈ ਪੇਰੈਂਟਸ ਨਾਲ ਬੱਚੇ ਦੀ ਦੇਖੋ ਬੱਚੇ ਤਾਂ ਹੁਣ ਦੇਖੋ ਜਿਹੜਾ ਫੋਰਸਫੁਲ ਪੇਰੈਂਟ ਹੈ ਉਹ ਬੱਚੇ ਉਹਦੇ ਅਗੇਂਸਟ ਕੁਝ ਕਹਿ ਨਹੀਂ ਸਕਦੇ ਅਸੀਂ ਇਹ ਵੀ ਦੇਖਿਆ ਕਿ ਕਈ ਵਾਰੀ ਜਿਹੜਾ ਪੇਰੈਂਟ ਭਾਵੇਂ ਗਲਤ ਵੀ ਹੈਗਾ ਨਹੀਂ ਜਿਹੜੇ ਵੱਡੇ ਆ ਉਹ ਲਵ ਐਂਡ ਹੇਟ ਰਿਲੇਸ਼ਨਸ਼ਿਪ ਹੋ ਜਾਂਦੀ ਹੈ ਉਹਨਾਂ ਨਾਲ ਲਵ ਇਟ ਦੇਖੋ ਉਹਨਾਂ ਨੇ ਫਿਰ ਇੱਕ ਦੂਸਰੇ ਵਾਰ ਜਦੋਂ ਉਹਨਾਂ ਕੋਲ ਹੈ ਹੀ ਨਹੀਂ ਕਿ ਆਪਣੇ ਅਸੀਂ ਉਹਨਾਂ ਦੇ ਅਗੇਂਸਟ ਅਸੀਂ ਕੁਝ ਕਹਿ ਸਕੀਏ ਜੋ ਉਹਨਾਂ ਦੀ ਹੇਟਰ ਸਾਨੂੰ ਪਿਕਅਪ ਹਾਂਜੀ ਵੀ ਟੇਕ ਆਨ ਕਰਨੀ ਪੈਣੀ ਬੱਚਿਆਂ ਨੂੰ ਉਹ ਫਿਰ ਬੱਚਿਆਂ ਨੂੰ ਦੇ ਐਂਡ ਅਪ I think saying also, that they hate the other person. I think also the concept of love as well, if we think about that, you know, children are naturally born to love their parents. Yeah, of course they are. Yeah. And
I often, when I speak to my parents, I often say that, you know, the biggest gift that you can give them is love. Well, that's the big thing. And Nothing else. You don't want anything else. Physical, Physical as love, well. care, comfort. I never, I mean, Yeah, you need basic things like I that. never got hugged by my father, but I've hugged my son a lot, yeah? Yeah. Some people say, oh, that's soft, but no, it's not, is it? I No. mean, children actually have They heard that. need that. Yeah, Hugging so has we're born benefits. to love Exactly. our parents. And it's really saddening when children's view of love becomes a little bit distorted, because if I can't love the two most important people in my life and I can only love one, we're actually touring that child emotionally. And their future as well. They might find it difficult to form relationships as well. Yeah, well, they do. Definitely. Sometimes They do. I know We get a distorted view of love. This is not our topic, but this is important as well to mention, is the parents, you don't know what life they had before when they had children. So it could be a So it's cycle. like a cycle. It does being become a passed on cycle. to Tell me this, children. because we want to now focus on the children a bit more. Yeah, and what kind of we talk about the effects that it can have on children. What kind of behaviours? What kind of what kind of health indicators can we have amongst children in these situations? What are the worst kind of situations that you've? Okay, worst kind of situations are Self-harming behaviour? Well, self-harming, yes, self-harming. Cutting, early things like that? Cutting, also eating disorders. It's a bit, Obesity. not just well, obesity, it can both ways. overeating Or or under-eating as well. But also, you can start picking up signs when you see children at school. They start being bullies, or they start picking fights with other kids, or they're not interacting in class, or they're not participating in class. Especially during that separation period, we see a lot of regression in a child's behaviour. So they can't concentrate. Children become really forgetful as well, because when we're asking them, taking one thing from dad's house, taking one thing from mom's house, they become overly burdened emotionally as well. Yeah. They Do become they sometimes feel guilty as well? No, children will feel guilty. Yeah, they like blame themselves. Because they think maybe because the parents will say, "Oh, tell your mom to do that, or tell your dad to do that." What the children will pick up, they'll think, "Oh, it's my fault. I forgot it at mom's house." No, when or, you say "I forgot parents, who are you talking about? Like moms and dads. moms and dads, they will say. Okay, we've got a call. I think we're going to just take our first call. So, मैं दर्ज करन दसवां भी ਅਸੀਂ ਅੱਜ ਡਿਸਕਸ ਕਰਦੇ ਹਾਂ ਵੀ ਜਦੋਂ ਤੀਵੀਂ ਆਦਮੀ ਦੇ ਆਪਸ ਵਿੱਚ ਹੀ ਡਿਵੋਰਸ ਹੋ ਜਾਂਦਾ, ਸੈਪਰੇਸ਼ਨ ਹੋ ਜਾਂਦਾ, ਤਾਂ ਫਿਰ ਬੱਚਿਆਂ ਨੂੰ ਉਹਨਾਂ ਨੂੰ ਕੀ ਇਫੈਕਟ ਹੁੰਦੀ, ਤਾਂ ਉਹਨਾਂ ਦੀ ਆਪਾਂ ਸਪੋਰਟ ਵੀ ਕਰ ਸਕਦੇ ਹਾਂ, ਇਹਦੇ ਬਾਰੇ ਵੀ ਗੱਲ ਕਰੂੰਗੇ। ਸੋ ਤੁਸੀਂ ਕਾਲ ਵੀ ਕਰ ਸਕਦੇ ਆ if you want to kind of join in this discussion and to ask any questions from got experts. So we've got a first caller. ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੇਰੇ ਖਿਆਲ ਤਰਲੋਚਨ ਸਿੰਘ ਫੋਕ ਕਰਦੇ। ਹਾਂਜੀ ਤਰਲੋਚਨ ਵੀ ਸਾਡੇ ਇੱਕ ਪ੍ਰੈਜ਼ੈਂਟਰ ਹੀ ਸਾਡੇ ਨਾਲ ਹੀ ਹੁੰਦੇ ਆ। ਤਰਲੋਚਨ is a sensitive topic, isn't it? And ਜਿੱਦਾਂ ਮੈਂ ਗੱਲ ਕੀਤੀ ਸੀ at the start, it's in our community we kind of, again, it's one of these taboo subjects that we don't like talking about it, but then there's lots of suffering, isn't there, for children, for parents as well. Yeah, I think you've hit the nail on the head there. It is a taboo subject, and unfortunately the people that suffer the most are the children. With parents splitting up for whatever reasons, good, bad, honest, dishonest, the kids will suffer. And I've been listening to the show, and there is naturally, I think, and intentionally, there would be manipulation as well involved. Well, it wasn't my fault, it was their fault, or I'm okay. That happened. And it does, and in the sort of field I work in with children in further education, or young adults and students, you see it in the classroom as well. It affects their daily performance, and on a personal level as well. And you do have empathy as a teacher. How can we help, and what can we do? So it's the fallout is quite strong and emotional for the family unit. Tarlochn Singh, I know that you've done, your PhD research is on mixed families, mixed couples, mixed relationships. Is there any particular dimension when you have parents from different kind of Sikh, non-Sikh background, or
and the kind of dynamics with children there? There is, yeah, because the child will get pulled to one or the other cultural thinking and setup, and it's just really delicate relationship to navigate with a child that may be torn between two cultures, two religions, and then there's also the child's identity. How do they project themselves? Which identity do they adopt, mothers or fathers? Yeah, it's really complex area, isn't it? It is, yeah. Talochan, I know that you've had experiences, so thanks very much for ringing. Thank It's a you so difficult much subject to for talk sharing about, that. but thank you Thank for, you. again, breaking. Thank you for having me. Okay, Waheguru Ji Ka Khalsa, Waheguru Ji. What about this in terms of mixed ethnicity, mixed religion? Yeah, Tell us because about we that. do get say ਆਪਣੇ ਕਹਿ ਦਿੰਦੇ ਆ oh because you married an outsider ਤਾਂ ਹੋ ਰਿਹਾ, but it happens in our own. That's the funny thing about it. Yes, I've worked with a lot of couples where there's been mixed. So Sikh family, white British family, Sikh and Muslim. Yeah. Yeah. And those are really, really hard situations for our children. And the child does grow up. I mean, if we look at mixed heritage children anyway, black, white children, and when they've come from those kind of, we already know that those children emotionally, already there's lots of research out there talking about who do they see themselves as an identity. This is the same sort of problem that's happening within our community in these kind of scenarios, because when children are coming from very, very strong cultures as well, it makes it so much harder. But what's the law? Because say, for example, you've got one parent saying that, I want my child to go to the Gurdwara. Yeah. The other one will And say, I want to send them to no, the I church. don't want, I'm going to go somewhere. How do you navigate these kind of tensions? So religion comes in a lot in this as well. ਇਹਦੇ ਵਿੱਚ ਦੇਖੋ it comes back to the welfare checklist ਮੈਂ ਤੁਹਾਨੂੰ ਕਹਿ ਰਹੀ ਸੀ ਜਿਹਦੇ ਵਿੱਚ ਨਾ ਵਿਜ਼ਨ ਫੀਲਿੰਗ ਇੱਕ ਹੈਗੀ ਆ ਬੱਚੇ ਦੀਆਂ ਫਿਜ਼ੀਕਲ ਐਜੂਕੇਸ਼ਨ ਇਮੋਸ਼ਨਲ ਨੀਡਸ ਸਿਲੈਕਟ ਨੇ ਤੇ ਦੂਸਰਾ ਹੈਗਾ ਕਿ ਬੱਚੇ ਦੇ ਜਿਹੜੇ ਸਪੈਸ਼ਲ ਕੈਰੈਕਟਰਿਸਟਿਕਸ ਕੀ ਹੈ ਉਹਦੇ ਵਿੱਚ ਦੇ ਉਹਦੇ ਕਲਚਰ ਹੋ ਸਕਦਾ ਰੇਸ ਹੋ ਸਕਦੀ ਹੈ ਕੋਈ ਉਹਨਾਂ ਦੇ ਬਲੀਫਸ ਹੋ ਸਕਦੇ ਪਰਟੀਕੂਲਰ ਬਲੀਫਸ ਨੇ ਉਹਦੇ ਵਿੱਚ ਤੁਹਾਨੂੰ ਉਹ ਜਿਹੜੀ ਹੈ ਨਾ ਉਹ ਬੜੀ ਤੁਹਾਨੂੰ ਕੇਅਰਫੁਲੀ ਉਹ ਸਿਚੁਏਸ਼ਨ ਵੱਲ ਦੇਖਣਾ ਪੈਂਦਾ ਸਮਝ ਕੇ ਹਾਂਜੀ ਵੀ ਬੱਚੇ ਦਾ ਕਲੀਅਰ ਕੱਟ ਤਾਂ ਕੁਝ ਕਦੀ ਬਲੈਕ ਐਂਡ ਵਾਈਟ ਹੁੰਦਾ ਹੀ ਨਹੀਂ ਹੈਗਾ ਕਲੀਅਰ ਕੱਟ ਨਹੀਂ ਵੀ ਇੱਧਰ ਨਹੀਂ ਇੱਧਰ ਨਹੀਂ ਉਹਦੇ ਵਿੱਚ ਦੇਖਣਾ ਪੈਂਦਾ ਵੀ ਬੱਚੇ ਲਈ ਕੀ ਜ਼ਰੂਰਤ ਬੱਚੇ ਲਈ ਕੀ ਸਹੀ ਹੈ ਹਾਂਜੀ ਵੀ ਉਹ ਜੇ ਬੱਚੇ ਲਈ ਸਹੀ ਹੁਣ ਜੱਜਮੈਂਟ ਕੌਣ ਬੱਚਾ ਕਰੂਗਾ ਜੱਜਮੈਂਟ ਤੁਸੀਂ ਕਰਦੇ ਹੋ I think it's a bit of both. We don't want to say that. What we try to do is we promote both of those to a point where the child can then naturally make a decision about what they want, how they want to be, what culture, what identity that they. But what we do in the first instance is promote both of them. So one of the things and that's important. Because that's the parents, unfortunately. Exactly. The parents have decided that because of course in a kind of racist society it may well be that the child's been exposed to racism and therefore they want to distance themselves from. Look, we've got another call, we can pick this one up as well. Hanji Waheguru Ji Ka Khalsa, Waheguru Ji Ki Fateh. Hello ji. Hello ji, ਹਾਂਜੀ ਸਵਾਗਤ ਹੈ ਤੁਹਾਡਾ ਹਾਂਜੀ ਹੈਲੋ ਜੀ ਮੈਂ ਹਾਂਜੀ ਤੁਸੀਂ ਹੈਲੋ ਜੀ ਮੈਂ you're on live ਹਾਂਜੀ ਤੁਸੀਂ ਕੀ ਅੱਜ ਦੇ ਪ੍ਰੋਗਰਾਮ ਤੇ ਕੀ ਕਹਿਣਾ ਚਾਹੋਗੇ ਹਾਂਜੀ ਹੈਲੋ ਜੀ ਮੈਂ ਹਰਜਿੰਦਰ ਬੋਲ ਰਹੀ ਹਾਂ ਹਾਂਜੀ ਵੁਲਵਰਹੈਂਪਟਨ ਤੋਂ ਜੀ ਹਾਂਜੀ ਮੈਂ 1970s ਦੇ ਵਿੱਚ ਚਾਈਲਡ ਪ੍ਰੋਟੈਕਸ਼ਨ ਦਾ ਕੰਮ ਕੀਤਾ ਸੀਗਾ ਜੀ ਹਾਂਜੀ ਤੇ ਉਸ ਟਾਈਮ ਤੇ ਜਿਹੜਾ ਮਾਡਲ ਸੀ ਨਾ ਉਹ ਯੂਰੋਸੈਂਟ੍ਰਿਕ ਸੀਗਾ ਬਹੁਤ ਸਾਰੇ ਬੱਚੇ ਸਾਡੇ ਨਾ ਇਸ ਤਰ੍ਹਾਂ ਗੁਆਚ ਗਏ ਇਸ ਕਰਕੇ ਮੈਂ ਵਧਾਈ ਦੇਣਾ ਚਾਹੁੰਦੀ ਸੁਖਚੰਦਰ ਨੂੰ ਤੇ ਕੈਮਕੌਰ ਨੂੰ ਜਿਹੜੇ ਇਸ਼ੂ ਰੇਜ਼ ਕੀਤੇ ਆ ਤੁਹਾਡੇ ਨਾਲ ਔਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਜਿਹੜੇ ਇਸ਼ੂਜ਼ ਦੇ ਬਹੁਤ ਕੰਪਲੈਕਸ ਨੇ ਬੱਚੇ ਸਾਡੇ ਸਕੂਲਾਂ 'ਚ ਕਿਸ ਤਰ੍ਹਾਂ ਇਨਫਲੂਐਂਸ ਹੁੰਦੇ ਆ ਕੀ ਉਹਨਾਂ ਦੀ ਸੋਚ ਆ ਉਹਦੇ ਤੇ ਬਹੁਤ ਇਫੈਕਟ ਹੁੰਦਾ ਆ ਤੇ ਉਸ ਦੇ ਨਾਲ ਜਦੋਂ ਸੋਸ਼ਲ ਵਰਕਰਸ ਜਾਂਦੇ ਨੇ ਸਾਡੀ ਕਮਿਊਨਿਟੀ ਉਹਨਾਂ ਤੇ ਇਸ ਤਰ੍ਹਾਂ ਦੀਆਂ ਉਂਗਲਾਂ ਉਠਾਉਂਦੀ ਹੈ ਕਿ ਕਈ ਵਾਰੀ ਤੁਹਾਨੂੰ ਆਪਣੇ ਆਪ ਨੂੰ ਛੁਪਾਉਣਾ ਪੈਂਦਾ ਹੈ ਮੈਂ ਇੱਥੇ ਲੋਕਲ ਗੁਰਦੁਆਰਿਆਂ 'ਚ ਵੀ ਜਾਂਦੀ ਹੁੰਦੀ ਸੀ ਪਰ
ਉਸ ਟਾਈਮ ਤੇ ਇਹ ਹਾਲਤ ਹੋ ਗਈ ਕਿ ਮੈਂ ਆਪਣੀ ਸੇਫਟੀ ਲਈ ਗੁਰਦੁਆਰੇ ਜਾਣਾ ਛੱਡਤਾ ਸੀ। ਠੀਕ ਹੈ ਹਾਂਜੀ। ਜੀ। ਸੋ ਅੱਜ ਜਿਹੜਾ ਪ੍ਰੋਗਰਾਮ ਤੁਸੀਂ ਕਰ ਰਹੇ ਆ ਨਾ, ਜੀ ਜੀ। ਉਹ ਇੰਨਾ ਇੰਪੋਰਟੈਂਟ ਹੈ ਨਾ, ਹਾਂਜੀ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਤਾਂ ਕਿ ਤੁਸੀਂ ਆਪਣੀ ਕਮਿਊਨਿਟੀ 'ਚ ਰੇਜ਼ ਕਰ ਸਕੋ। ਧੰਨਵਾਦ ਭੈਣ ਜੀ। ਤੁਹਾਡਾ ਬਹੁਤ ਧੰਨਵਾਦ ਜੀ। ਹਾਂਜੀ ਥੈਂਕ ਯੂ ਤੁਹਾਡਾ ਬਹੁਤ। ਥੈਂਕ ਯੂ Thank ਤੁਹਾਡਾ, you. ਤੁਸੀਂ ਫੋਨ ਕੀਤਾ। ਸੋ ਮੇਰਾ ਖਿਆਲ ਉਹਨੇ I ਕਿਹਾ couldn't hear very I clearly. did because Yeah, I don't know if you made out. ਮੈਨੂੰ ਪਤਾ ਜਦੋਂ ਮੈਂ I was a professional social worker in the early 80s, ਉਦੋਂ ਇਹੀ ਇਸ਼ੂ ਸੀ ਵੀ ਜਿੰਨੇ ਵੀ ਸਾਡੇ ਬੱਚੇ ਸਪੈਸ਼ਲੀ ਇਨ ਮਿਕਸਡ ਫੈਮਿਲੀਜ਼ ਕਿਉਂਕਿ ਬ੍ਰੇਕਡਾਊਨ ਹੁੰਦਾ ਸੀ that they always sent them to the white Yeah, because they thought this was where their future would be. yeah. And later on those children would actually have all kinds of mental health problems. Yeah, and that's I had some right. cases like that as well. So how do you balance these Yeah. issues out? ਦੇਖੋ ਇਹਦਾ ਜਿਹੜੀ ਪ੍ਰੋਬਲਮ ਸੀ ਨਾ ਤੁਹਾਡੀ ਅਡਾਪਸ਼ਨ ਵਿੱਚ ਵੀ ਬਹੁਤ ਸੀਗੇ ਬੱਚੇ ਜਿਹੜੇ Same race, ਕਹਿੰਦੇ transracial adoption ਫਿਰ ਕਦੇ and ਬੰਦ ਕੀਤਾ ਦੇਖੋ ਸੀ। ਜਿਹੜਾ ਸੀਗਾ ਅਡਾਪਸ਼ਨ ਐਂਡ ਚਿਲਡਰਨ ਐਕਟ 2002 ਦੇ ਵਿੱਚ ਸੀਗਾ, Yeah. ਉਹਦੇ ਵਿੱਚ ਕਾਫੀ ਲੋ ਨੇ ਕਿਹਾ ਸੀਗਾ ਵੀ ਬੱਚੇ ਦੇ ਜਿਹੜੀ ਹੈਗੀ ਆ ਉਹਨਾਂ ਦੀ ਮੈਚਿੰਗ ਚੰਗੀ ਹੋਣੀ ਚਾਹੀਦੀ ਹੈ। Ethnic matching. ethnic. ਹਾਂਜੀ, ਪਰ 2014 ਦੇ ਵਿੱਚ ਜਿਹੜਾ ਆਪਣੇ ਫਿਰ ਕਾਨੂੰਨ ਕੀਤਾ, ਉਹ ਜਿਹੜੀ ਸੈਕਸ਼ਨ 5 ਸੀਗੀ ਇਹ ਜਿਹੜੀ ਕਹਿੰਦੀ ਸੀ ਕਿ ਬੱਚਿਆਂ ਦੀ ਮੈਚਿੰਗ ਹੋਣੀ ਚਾਹੀਦੀ ਹੈ, ਹਾਂਜੀ। ਉਹ ਰਿਪੀਲ ਕਰ ਦਿੱਤਾ ਇੱਥੋਂ ਦੀ ਅੱਛਾ। ਗਵਰਨਮੈਂਟ ਨੇ। ਇੰਗਲੈਂਡ ਦੇ ਵਿੱਚ, ਵੇਲਸ ਦੇ ਵਿੱਚ ਇਹ ਲਾਅ ਹੈਗਾ ਕਿ ਵੀ ਤੁਸੀਂ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਤੁਸੀਂ ਜਿੱਥੇ ਤੱਕ ਹੋ ਸਕਦਾ ਹੈ ਉਹਨਾਂ Match ਨੂੰ ਕਰਨਾ। ਆਪਣੇ ਕਲਚਰ, ਆਪਣੇ ਰਿਲੀਜਨ ਦੇ ਵਿੱਚ, ਆਪਣੀ ਰੇਸ ਦੇ ਵਿੱਚ ਰੱਖੋ। ਤੇ ਜਿਹੜੀ ਗਵਰਨਮੈਂਟ ਜਿਹੜੀ ਹੈਗੀ ਸੀ ਕੰਸਰਵੇਟਿਵ ਗਵਰਨਮੈਂਟ ਸੀਗੀ 2014 ਦੇ ਵਿੱਚ ਇਹ ਜਿਹੜਾ ਕਾਨੂੰਨ ਆਇਆ ਉਹਨੇ ਕੱਢ ਹੀ ਦਿੱਤਾ ਵਿੱਚੋਂ। Okay. ਉਹਨਾਂ ਦਾ ਸੀਗਾ ਵੀ ਬੱਚੇ ਜਿਹੜੇ ਹੈਗੇ ਆ ਉਹ ਬਲੈਕ ਚਿਲਡਰਨ ਵੇਟ ਲੌਂਗੈਸਟ ਕਰਕੇ ਉਹ ਤੁਸੀਂ ਵੇਟ ਕਰਦੇ ਰਹਿੰਦੇ ਮਾਈਕਲ ਆ। ਗੋਵ ਨੇ ਕੱਢਤਾ ਸੀ Yeah. ਉਦੋਂ। ਹਾਂਜੀ ਉਦੋਂ ਹਾਂਜੀ ਕਹਿੰਦਾ ਸੀ ਵੀ what's more important is to find a placement Placement rather than rather ethnic than matching, yeah. yeah. ਹਾਂਜੀ। ਹੁਣ ਉਹਦੇ ਵਿੱਚ ਮੈਂ ਇੱਕ ਸੰਸਥਾ ਹੈਗੀ ਹੈ ਨਿਕੈਲਰੋ, ਮੈਂ ਉਹਦੀ ਚੇਅਰ ਵੀ ਰਹੀ ਹਾਂ ਜੀ। ਜਦੋਂ ਮੈਂ ਉਸਦੀ ਚੇਅਰ ਸੀਗੀ ਅਸੀਂ ਉੱਥੇ ਕੈਂਪੇਨ ਸ਼ੁਰੂ ਕੀਤਾ ਹੋਇਆ ਵੀ ਜਿਹੜੀ ਸੈਕਸ਼ਨ 5 ਹੈ ਹਾਂਜੀ ਉਹ ਜਿਹੜੀ ਚਿਲਡਰਨ ਅਡਾਪਸ਼ਨ ਐਕਟ 2002 ਦੀ ਉਹ ਰੀਇਨਸਟੇਟ ਹੋਣੀ ਚਾਹੀਦੀ ਹੈ। Yeah. ਇਸ ਗਵਰਨਮੈਂਟ ਨੇ ਤਾਂ ਕਰਨੀ ਨਹੀਂ ਹੈਗੀ। ਹੁਣ ਤੁਹਾਨੂੰ ਉਮੀਦ ਹੈ ਕਿ ਵੀ ਜੇ ਲੇਬਰ ਗਵਰਨਮੈਂਟ ਆਉਂਦੀ ਹੈ ਇਹ ਇਸ਼ੂ ਪਿਕਅਪ ਕਰੇ ਕਿ ਉਹ ਬੱਚਿਆਂ ਦੀਆਂ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰੇ। ਬਿਲਕੁਲ। ਹਾਂਜੀ ਜੀ। ਤੇ ਉਹ ਤਾਂ ਬਹੁਤ ਵਾਈਡ ਇਸ਼ੂ ਹੈਗਾ। ਹਾਂਜੀ, ਕਿਉਂਕਿ ਜਿਹੜੇ ਬੱਚੇ ਬਿਲਕੁਲ ਆਪਣਾ ਕਲਚਰ ਤੋਂ ਦੂਸਰੇ ਬਾਰੇ ਦੂਰ ਜਾਈ ਜਾਂਦੇ। ਹਾਂਜੀ। I think also there's a lack of, you know, this is another subject, but there's a lack of adoption within our community. Not many of our community will come up with Adopting. but also fostering, you know, a lot of They our don't children do are not that. being fostered. Very rare. Yeah. Very rare, Yeah. you know. So again, But that's an important because I mean we're talking about family breakdown, yeah. Yeah. ਹਾਂਜੀ One scenario is that the parents divorce and then the child gets placed with one or the- shared. But then obviously there can be another situation where there's a family breakdown and there's real child protection concerns and you might end up child in foster care and even adopted off, yeah. I'm telling you now, I mean, I have worked on 3 cases this year where because the parents were not talking to each other, Right. the conflict had risen, you know, Gone so far. Yeah. you know, independent social workers had done their assessments, psychologists have done assessments, and this is when we're getting into really, really entrenched situations, you know. For 5 years of this child's life, you know, they lived in this. In the end, the local authority decided we're going to put this child in foster care. Then what And the child was in foster care. Yeah, but ਵੀ ਦੋਨਾਂ ਕੋਲ ਹੀ ਲੈ ਲਓ ਨਾ Yeah, ਮਾਂ ਕੋਲ ਵੀ ਨਿਕਲ ਸਕਦਾ ਪਿਓ ਕੋਲ ਹੀ। mom and dad just couldn't sort it. so where did that child go? So they were placed in foster care. Yeah. And then I worked What with. type of family did that child? Well, it's a foster family, yeah. It's just a foster family. Yeah. Just temporarily, was it? It was it was supposed to be temporarily, Yeah. but because the way the situations, there was a lack of services all deciding. So in the end, we came in and did some work with both of the parents. Yeah. We did work with the parents. We worked with the parents to help them to think about their child. We got them to think about That's good. what's best for the Yeah. child. Child, Okay, yeah. we know that you've got differences, Yeah. but what does your Sometimes you child need to leave them on Yeah. one side, your Yeah. differences. Yeah. And those parents worked in a way where they demonstrated to their child, we are going to do something different. But that's and important. that was critical. That's an was- important lesson, but ਮੈਂ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਕਿ ਕੰਮ ਨੇ ਕਿਹਾ ਵੀ ਇੱਕ ਕੇਸ ਸੀਗਾ ਜਦੋਂ ਵੀ ਉਹ
ਆਸ ਵਿੱਚ ਇੰਨੀ ਅਣਬਣ ਸੀਗੀ ਇੰਨੀ ਭੈੜਦੇ ਕਿ ਸੀ ਸੋਸ਼ਲ ਇੱਕ ਦੂਜੇ ਸਰਵਿਸ ਨੇ ਕਿਹਾ 3-4 ਸਾਲ ਬਾਅਦ ਵੀ ਬੱਚੇ ਦੀ ਫਿਊਚਰ ਇੱਥੇ ਸਿਕਿਉਰ ਨਹੀਂ ਹੈਗੀ, ਉਹਨਾਂ ਨੇ ਫੋਸਟਰ ਫੋਸਟਰ ਕਿਹਾ ਉੱਥੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੇ ਸਾਡੇ ਬੱਚੇ ਵੀ ਇਦਾਂ ਜਾਵੇ, ਉਹਨਾਂ ਦੇ, ਪਰ ਜੇ ਹੁਣ ਫੈਮਿਲੀ ਦੇ ਵਿੱਚ ਕਨਫਲਿਕਟ ਹੈਗੀ ਆ, ਤੁਹਾਨੂੰ ਆਪਣੀ ਨਹੀਂ ਸਭ ਸੋਚਣੀ, ਆਪਣਾ ਚਲੋ ਸੋਚੋ, ਪਰ ਤੁਸੀਂ ਬੱਚਿਆਂ ਦਾ ਸੋਚੋ ਇੱਥੇ, ਤਾਂ ਇਹ ਨਾ ਹੋਏ ਤੁਸੀਂ ਆਪਸ ਵਿੱਚ ਹੀ ਝਗੜਦੇ ਤਾਂ ਬੱਚਿਆਂ ਨੂੰ ਵੀ ਤੁਸੀਂ ਡੈਮੇਜ ਕਰ ਸਕਦੇ ਆ। You really have to put your children's interests first, because that's the basic sign of a responsible parent, isn't it? ਬੱਚੇ ਨੂੰ And there's no excuse. ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਨਾ। ਕੋਈ ਬਹਾਨਾ ਨਹੀਂ ਹੈਗਾ ਜੇ ਤੁਹਾਡੀ ਆਸ ਵਿੱਚ ਹੀ ਨਹੀਂ ਬਣਦੀ ਵੀ ਬੱਚਿਆਂ ਨੂੰ ਅਸੀਂ ਨੈਗਲੈਕਟ ਕਰੀਏ, ਕੋਈ there's no excuse there, is there? ਹਾਂਜੀ, ਦੇਖੋ ਇਹ ਸੌਖਾ ਨਹੀਂ ਹੈਗਾ ਕਰਨਾ, ਈਜ਼ੀਅਰ ਸੈਡ ਦੈਨ ਡਨ, ਪਰ ਇਹਦੇ ਵਿੱਚ ਤੁਸੀਂ ਜਦੋਂ ਪੇਰੈਂਟਸ ਜਦੋਂ ਤੁਹਾਡੇ ਕੋਲ ਬੱਚੇ ਹੋ ਗਏ, ਤੁਹਾਡੀਆਂ ਜ਼ਰੂਰਤਾਂ ਥੋੜੀ ਪਿੱਛੇ ਆ ਜਾਂਦੀਆਂ, ਹਾਂਜੀ, ਉਹਦੇ ਵਿੱਚ ਤੁਹਾਨੂੰ ਆਪਣੀ ਜਿਹੜੀ ਇੱਕ ਤਾਂ ਹਉਮ ਹੈ, ਜਿੱਦ ਪੜ ਕੇ ਬੈਠ ਜਾਂਦੇ ਆ, ਮੈਂ ਇਦਾਂ ਕੀਤਾ, ਮੇਰਾ ਬੱਚਾ ਇਦਾਂ ਨਹੀਂ ਹੋਊਗਾ, ਇਦਾਂ ਨੂੰ ਲੜਾਈਆਂ ਇਦਾਂ ਦੀਆਂ ਸ਼ੁਰੂ ਕਰਕੇ ਬੈਠ ਜਾਂਦੇ ਆ ਨਾ, ਵੀ ਅਸੀਂ ਬੱਚਾ ਦਿਖਾਉਣਾ ਹੀ ਨਹੀਂ ਹੈਗਾ। ਜੇ ਪੇਕਿਆਂ ਕੋਲ ਚੱਲ ਗਿਆ ਤਾਂ ਉਹ ਕਹਿੰਦੇ ਵੀ ਦਾਦਕੇ ਨਹੀਂ ਦੇ ਸਕਦੇ, ਦਾਦਕੇ ਕੋਲ ਚਲ ਗਏ ਨਾਨਕੇ ਨਹੀਂ ਦੇ ਸਕਦੇ, ਇੱਕ ਦੂਜੇ ਤੋਂ। ਹਾਂਜੀ, ਇਹ ਬੱਚਿਆਂ ਤੇ ਬਹੁਤ ਜ਼ਿਆਦਾ ਅਸਰ ਬੱਚਿਆਂ ਤੇ ਬਹੁਤ ਪੈਂਦਾ, ਅਸਰ ਵੀ ਨਹੀਂ, ਉਹਨਾਂ ਨੂੰ ਨੁਕਸਾਨ ਬਹੁਤ ਪਹੁੰਚਦਾ। ਹਾਂਜੀ, ਹੁਣ ਦੇਖੋ ਜਦੋਂ ਜੇ ਕਿਸੇ ਬੱਚੇ ਦੇ ਹੁਣ ਲੱਤ ਟੁੱਟ ਜਾਵੇ, ਉਹਦੇ ਕੋਈ ਜ਼ਖਮ ਹੋਵੇ, ਆਪਾਂ ਫਟਾਫਟ ਲੈ ਕੇ ਉਹਨੂੰ ਡਾਕਟਰ ਹਸਪੀਟਲ ਲੈ ਕੇ ਜਾਵਾਂਗੇ, ਦਵਾਈ ਲੈ ਕੇ ਆਵਾਂਗੇ, ਪਰ ਜਿਹੜਾ ਇਮੋਸ਼ਨਲ ਅਬਿਊਜ਼ ਆ ਉਹ ਤੁਹਾਨੂੰ ਦਿਸਦਾ ਨਹੀਂ, ਉਹ ਕਿਸੇ ਨੂੰ ਦਿਸਦਾ ਨਹੀਂ ਹੁੰਦਾ, ਉਹ ਕਿਹੜੇ ਨੀਲ ਆ ਜਿਹੜੇ ਦਿਸਣੇ ਆ। ਉਹ ਇਸ ਕਰਕੇ ਜਿਹੜੇ ਹੁਣ ਮੈਂ ਇਸ ਕਰਕੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਆ ਕਿ ਤੁਸੀਂ ਡਾਇਰੈਕਟਲੀ ਕਰੋ ਕੈਮਰੇ ਬਿਲਕੁਲ, ਹਾਂਜੀ, ਵੀ ਦਰਸ਼ਕਾਂ ਨੂੰ ਵੀ ਜੇ ਤੁਹਾਡੀ ਅਣਬਣ ਹੋ ਗਈ ਆ ਤੁਸੀਂ ਜਿੰਨੀ ਵੀ ਮਰਜ਼ੀ ਕੋਸ਼ਿਸ਼ ਕੀਤੀ ਨਹੀਂ ਬਣ ਸਕੀ, ਕੋਈ ਪ੍ਰੋਬਲਮਸ ਇਦਾਂ ਦੀਆਂ ਆ ਗਈਆਂ ਜਿਹਨਾਂ ਕਰਕੇ ਤੁਹਾਨੂੰ ਸੈਪਰੇਟ ਹੋਣਾ ਪਿਆ ਗਿਆ, ਉਹਦੇ ਵਿੱਚ ਜੇ ਤੁਹਾਡੇ ਕੋਲ ਬੱਚੇ ਆ ਤਾਂ ਬੱਚਿਆਂ ਦੀ ਸੋਚੋ, ਕਿਉਂਕਿ ਜਿਹੜੀ ਤੁਹਾਡੀ ਪੂਰੀ ਇਨਵੈਸਟਮੈਂਟ ਜਿਹੜੀ ਹੈਗੀ ਲਾਈਫ ਦੀ ਉਹ ਬੱਚਿਆਂ ਦੇ ਵਿੱਚ ਹੈ। ਜੇ ਤੁਹਾਡੀ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਤਾਂ ਨਾਲ ਤੁਹਾਡੀ ਜ਼ਿੰਦਗੀ ਵੀ ਖਰਾਬ ਹੋਣੀ ਹੈ, ਨਾਲ ਤੁਹਾਡੀ ਜਿਹੜੇ ਬਾਕੀ ਤੁਹਾਡੇ ਨਾਲ ਬੱਚਿਆਂ ਨਾਲ ਜੁੜੇ ਆ ਉਹਨਾਂ ਦੀ ਵੀ ਜ਼ਿੰਦਗੀ ਖਰਾਬ ਹੋਣੀ ਆ। ਇਸ ਕਰਕੇ ਪਹਿਲਾਂ ਉਹਦਾ ਹੱਲ ਲੱਭੋ। ਜੇ ਤੁਸੀਂ ਆਪਸ ਨਹੀਂ ਗੱਲ ਕਰ ਸਕਦੇ, ਕਿਸੇ ਆਪਣੀ ਫੈਮਿਲੀ 'ਚ ਪਹਿਲਾਂ ਲੱਭੋ ਵੀ ਜੇ ਜਿਹੜਾ ਕੋਈ ਗੱਲਬਾਤ ਕਰਕੇ ਤੁਹਾਡੇ ਨਾਲ ਬੈਠ ਕੇ ਤੁਹਾਡੇ ਨਾਲ ਸੁਲਹ ਸਫਾਈ ਕਰਾ ਸਕਦੇ ਵੀ ਬੱਚੇ ਬਾਰੇ। ਇਹ ਨਹੀਂ ਕਹਾਂਗਾ ਕਿ ਤੁਹਾਨੂੰ ਆਪਣੇ ਕਈ ਵਾਰੀ ਲੋਕ ਹੁੰਦੇ ਵੀ ਜੇ ਤੁਸੀਂ ਤਾਂ ਹੀ ਸੁਲਹ ਸਫਾਈ ਕਰੋਗੇ ਜੇ ਤੁਸੀਂ ਇਕੱਠੇ ਰਹੋਗੇ। ਦੇਖੋ ਕਈ ਵਾਰੀ ਜੇ ਤੁਸੀਂ ਜ਼ਬਰਦਸਤੀ ਇਕੱਠੇ ਰਹਿਣਾ ਉਹਦੇ ਨਾਲ ਵੀ ਬੱਚੇ ਨੂੰ ਨੁਕਸਾਨ ਹੁੰਦਾ। ਜਿਹੜੀ ਕੌਨਫਲਿਕਟ ਜਿਹਦੇ ਵਿੱਚ 24 ਘੰਟੇ ਰਹਿਣਾ ਹੈ ਉਹਦਾ ਵੀ ਬਹੁਤ ਫਰਕ ਪੈਂਦਾ ਬੱਚੇ, ਉਹਦੇ ਵੀ ਨੁਕਸਾਨ ਬਹੁਤ ਹੁੰਦਾ ਬੱਚਿਆਂ ਨੂੰ। ਸੋ ਜੇ ਤੁਸੀਂ ਤੁਹਾਡੀ ਅਪਸੈਟ ਹੋ ਗਈ ਉਹਦੇ ਵਿੱਚ ਆਪਣੀ ਜਿਹੜੀ ਫੀਲਿੰਗਸ ਆ ਬੱਚੇ ਦੀਆਂ ਜ਼ਰੂਰਤਾਂ ਨਾਲੋਂ ਅਲੱਗ ਕਰੋ। ਵੈਸੇ ਨਾ ਆਪਣੇ ਦੇਖੋ ਆਪਾਂ ਨੂੰ ਸਾਡੇ ਕਈ ਵਾਰੀ ਆਪਾਂ ਆਪਣੇ ਕਲਚਰ ਨੂੰ ਡਾਊਨ ਵੀ ਜ਼ਿਆਦਾ ਅਨਫੇਅਰਲੀ ਕਰਦੇ ਹਾਂ ਕਿਉਂਕਿ ਸਿਸਟਮ ਸੀਗੇ ਕਲਚਰ ਦੇ ਵਿੱਚ, ਸਮਾਜ ਦੇ ਵਿੱਚ। ਹੁਣ ਮੈਨੂੰ ਚੇਤਾ ਜੋ ਅਸੀਂ ਬਚਪਨ ਤੋਂ ਜੇ ਹੈ ਨਾ ਘਰ ਦੇ ਵਿੱਚ ਇੱਦਾਂ ਹੋਵੇ ਤਾਂ ਜਿਹੜੀ ਕਿਉਂਕਿ ਸੌਰੀ ਘਰ ਆਉਂਦੀ ਸੀ ਉਹ ਆਪਣੇ ਪੇਕੀ ਘਰ 2 ਹਫ਼ਤੇ 3 ਹਫ਼ਤੇ ਕੱਢ ਲੈਂਦੇ ਸੀਗੇ। ਤੇ ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਸਜ਼ਾ ਦਿੱਤੀ ਆ, ਇਹਦਾ ਮਤਲਬ ਵੀ ਤੁਸੀਂ ਹੁਣ ਸੋਚੋ ਵਿਚਾਰੋ। ਪਰ ਉਹ ਸਾਡਾ ਸਿਸਟਮ ਵੀ ਵਿਗੜ ਗਿਆ ਹੁਣ। ਸੋ ਰੀਅਲੀ ਵੀ ਕੈਨ ਟਰੈਪ ਬਿਟਵੀਨ, ਨਾ ਤਾਂ ਅਸੀਂ ਗੋਰਿਆਂ ਦਾ ਸਿਸਟਮ ਅਪਣਾਉਂਦੇ ਆ, ਸਾਡਾ ਸਿਸਟਮ ਵਿਗੜਿਆ ਐਂਡ ਵੀ ਕੈਨ ਟਰੈਪ ਇਨ ਦਿਸ ਇਨ ਹਿੰਟਰਲੈਂਡ। ਨੋ ਮਨਸ ਨਾ ਇੱਧਰ ਆ ਨਾ ਉੱਧਰ। ਨਹੀਂ ਤਾਂ ਪਹਿਲਾਂ ਬੜੇ ਸਪੋਰਟ ਸਿਸਟਮ ਹੁੰਦੇ ਸੀਗੇ, ਤੁਹਾਡੇ ਆਲੇ ਦੁਆਲੇ ਹੁੰਦੇ ਸੀਗੇ, ਐਕਸਟੈਂਡਡ ਫੈਮਿਲੀ ਹੁੰਦੀ ਸੀ। ਉਹ ਤਾਂ ਹੁਣ ਐਕਸਟੈਂਡਡ ਫੈਮਿਲੀ ਵੀ ਹੈ ਹੀ ਨਹੀਂ, ਦੂਰ ਰਹਿੰਦੇ ਆ। ਹਾਂਜੀ, ਜਿੱਥੇ ਹੈਗੀਆਂ ਉੱਥੇ ਤਾਂ ਯੂਜ਼ ਕਰੋ, ਪਰ ਜੇ ਨਹੀਂ ਤੁਹਾਡੇ ਕੋਲ ਆਪਣੇ ਹੈਗਾ ਤਾਂ ਤੁਹਾਡੇ ਕੋਲ ਤੁਸੀਂ ਮੀਡੀਏਟਰ ਕੋਲ ਜਾ ਸਕਦੇ। ਹਾਂਜੀ, ਪਰ ਕੋਈ ਜਾਣਦਾ ਨਹੀਂ ਹੈ ਨਾ ਗੱਲ ਤਾਂ ਇਹ, ਨਾ ਤਾਂ ਉਧਰੋਂ ਸਪੋਰਟ ਉਧਰੋਂ ਕਹਿੰਦੇ stigma ਹੈਗਾ। I think also it's not just me. The court says before you can go to court, then mediation nu jana chahida. Okay, je mediation which fenslani. The system is broken there as well. We have to highlight a problem within the system as well. After mediation, people will then go to court because ਉਹਨਾਂ ਦੀ ਕੋਈ ਸੁਲਹ ਨਹੀਂ ਹੋਈ ਉਸ time. That's where we're asking the government to make a change to that part of the system, because what we're saying is mediation hasn't worked, okay, but you can't mediate sometimes over relationships. No. And that's a very different type of work. That's a very relational based work. That's mentalizing it from the child's perspective. But you've worked with mediation, haven't you? That's a part. We're not a mediation service. Okay. We're an intervention. So tell us a bit about the work that you're doing then, and kind of experience then. Okay. So we've developed an intervention, myself and Claire Field. You know, she's been doing this work for a very long time. We call it the Parenting Apart program.
And what we do is we support our parents. So we do some work with the parents individually because they And want. are they referred to you, or how do you kind of get So we get referrals from like Kafkas, we get referrals from workers, NIAS, we get referrals from local authorities, but we also get referrals directly from and you're the working court. with quite a lot of Sikh, Punjabi I couples, yeah. predominantly work with a lot of ethnic minority families. So what kind of issues are coming That up you- that you've yeah, experienced that you on the face. ground? You know, what Yeah, kind sort of... In our community, it's very much around a sense of entitlement. हक हाँ सारा हक है Yeah. Mera bacha, मेरा हक Mera haq that's my haq. A lot of our families are quite well off as well. course You know, they are. Yeah. you know, they're very Yeah. educated, they're quite well off. So all of the finances become So that's a bit of a embroiled myth, in- isn't it? That Yeah. ਅਨਪੜ੍ਹ ਲੋਕ ਜਿਹੜੇ ਹੈਗੇ ਆ they're a bit uncivilized No, and no, 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 violent. no, no, no. ਨਹੀਂ, Violence ਨਹੀਂ, can ਨਹੀਂ। happen in any situation. ਨਹੀਂ ਜੀ, you Yeah, have very educated people who entrenched in that conflict. Wow. ਹਾਂਜੀ, Yeah, ਬਹੁਤ ਬੁਰੀ ਤਰ੍ਹਾਂ yeah. ਹਾਂਜੀ। I mean, I've got parents that have paid 100,000 on solicitors. Oh my God. So, and I'm not exaggerating here. No. So when you start going into this process, you're not just going to be emotionally harmed. You're going to be physically tired, stressed, mentally, and then financially as well. Absolutely, as well. And your whole family's. The court can't sort that situation out. No. The court can't sort out your feuds. They can't do that. ਹਾਂਜੀ, just to add really, I have had working with court cases. ਇੱਕ ਕੇਸ ਮੇਰਾ 10 ਸਾਲ ਚੱਲਿਆ ਬੱਚਾ 10 ਸਾਲ ਦਾ ਸੀ ਜਦੋਂ ਉਹਨਾਂ ਦੇ ਮਾਪੇ ਦਾ ਕੋਰਟ ਕੇਸ ਵਿੱਚ ਗਿਆ। ਹਾਂਜੀ 16 ਸਾਲ ਦਾ ਹੋ ਗਿਆ, ਫਿਰ ਉਹਦਾ ਤਾਂ ਜਾ ਕੇ ਨਿਪੜਿਆ। ਉਦੋਂ 16 ਸਾਲ ਦਾ ਹੋਣ ਵਾਲਾ ਸੀ ਬੱਚਾ, 15.5 ਸਾਲ ਦਾ ਸੀ ਜਦੋਂ ਮੈਂ ਆਪਣੀ ਰਿਪੋਰਟ ਦਿੱਤੀ ਹੈ। ਕਿਉਂਕਿ ਮੇਰਾ ਰੋਲ ਜਿਹੜਾ ਹੈਗਾ ਕੈਮ ਨਾਲ ਥੋੜਾ ਅਲੱਗ ਹੈ। ਮੇਰਾ ਰੋਲ ਹੈਗਾ ਜਿਹੜਾ ਤੁਸੀਂ ਕਹਿੰਦੇ ਸੀ ਗਾਰਡੀਅਨ ਲਾਈਟ ਦਾ, ਉਹਦਾ ਜਸਟ ਵੈਰੀ ਬਰੀਫ ਬੈਕਗਰਾਉਂਡ ਕਿ ਜਦੋਂ ਇੱਕ ਪਾਰਟੀ ਹੈਗੀ ਪੇਰੈਂਟਸ ਦੀ ਤੇ ਦੂਸਰੀ ਹੈਗੀ ਆ ਇੱਕ ਪਾਸੇ ਮਾਂ ਹੈ ਤੇ ਦੂਜੇ ਪਾਸੇ ਬਾਪ ਹੈ। ਗ੍ਰੈਂਡ ਪੇਰੈਂਟਸ ਵੀ ਪਾਰਟੀਆਂ ਬਣ ਸਕਦੇ ਆ, ਪਰ ਉਹਨਾਂ ਨੂੰ ਪਹਿਲਾਂ ਕੋਰਟ ਦੀ ਇਜਾਜ਼ਤ ਲੈਣੀ ਪੈਂਦੀ ਹੈ, ਲੀਵ ਲੈਣੀ ਪੈਂਦੀ ਹੈ। ਦੇ ਕੈਨ ਮੇਕ ਐਪਲੀਕੇਸ਼ਨ ਟੂ ਦ ਕੋਰਟ। ਉਹ ਜੇ ਤਾਂ ਉੱਥੇ ਜਿਹੜੀ ਜਦੋਂ ਸੇਫਗਾਰਡਿੰਗ ਲੈਟਰ ਦੀ ਹੋ ਗਈ, ਜੇ ਤਾਂ ਉੱਥੇ ਤੱਕ ਉਹਨਾਂ ਦਾ ਫੈਸਲਾ ਹੋ ਗਿਆ ਫਿਰ ਕਈ ਵਾਰੀ ਕੈਫਕਾਸ ਨੂੰ ਥੋੜੀ ਜਿਹੀ ਜ਼ਿਆਦਾ ਰਿਪੋਰਟ ਕਰਨੀ ਪੈਂਦੀ ਹੁੰਦੀ ਹੈ, ਉਹਨੂੰ ਕਹਿੰਦੇ ਸੈਕਸ਼ਨ 7 ਰਿਪੋਰਟ। ਉਸ ਤੋਂ ਬਾਅਦ ਫਿਰ ਦੇਖਦੇ ਵੀ ਕੀ ਫੈਸਲਾ ਹੋਣਾ ਚਾਹੀਦਾ। ਕਈ ਵਾਰੀ ਉੱਥੇ ਹੀ ਫੈਸਲਾ ਹੋ ਜਾਂਦਾ ਹੈ। ਜੇ ਉੱਥੇ ਵੀ ਨਾ ਫੈਸਲਾ ਹੋਵੇ ਤੇ ਇਹ ਹੁੰਦਾ ਕਿ ਬੱਚੇ ਦੀਆਂ ਜਿਹੜੀਆਂ ਜੇ ਮਾਂ ਨਾਲ ਰਹਿੰਦੀ ਹੈ ਬੱਚਾ ਜਾਂ ਪਿਓ ਨਾਲ ਰਹਿੰਦਾ ਬੱਚਾ, ਤੇ ਉਹਦੇ ਨਾਲ ਵੀ ਉਹਨਾਂ ਦਾ ਉਸ ਬੰਦੇ ਦਾ ਬੱਚੇ ਦਾ ਇਨਫਲੂਐਂਸ ਹੈ, ਜਿਹੜੀ ਬੱਚੇ ਦੀ ਆਵਾਜ਼ ਨਹੀਂ ਆ ਰਹੀ ਵਿੱਚ। ਬੱਚੇ ਦੀ ਵੌਇਸ ਕੀ ਹੈ, ਕਿਉਂਕਿ ਵੌਇਸ ਆਫ ਚਾਈਲਡ ਇਜ਼ ਵੈਰੀ ਇੰਪੋਰਟੈਂਟ ਹੇਅਰ, ਬਟ ਨਾਟ ਦੀ ਓਨਲੀ ਡਿਟਰਮਿਨਿੰਗ ਫੈਕਟਰ। ਦੈਟਸ ਵਨ ਥਿੰਗ। ਉਹਦੇ ਵਿੱਚ ਫਿਰ ਬੱਚੇ ਨੂੰ ਰਿਪਰੈਜ਼ੈਂਟ ਕਰਨ ਲਈ ਕੋਰਟ ਇੰਡੀਪੈਂਡੈਂਟ ਪਾਰਟੀ ਨੂੰ ਅਪੁਆਇੰਟ ਕਰਦੀ ਹੈ। ਉਹ ਹੋ ਰਹਿੰਦੇ ਗਾਰਡੀਅਨ ਲਾਈਟ, ਚਿਲਡਰਨਸ ਗਾਰਡੀਅਨ ਕਹਿ ਦਿੰਦੇ ਆਪਣੇ ਪਬਲਿਕ ਪ੍ਰੋਸੀਡਿੰਗ ਦੇ ਵਿੱਚ, ਤੇ ਜਿਹੜੀਆਂ ਪ੍ਰਾਈਵੇਟ ਹੁੰਦੀਆਂ ਬਿਟਵੀਨ ਮਮ ਐਂਡ ਡੈਡ ਉਹ ਪੇਰੈਂਟਸ, ਉਹਨੂੰ ਕਹਿੰਦੇ ਆ ਗਾਰਡੀਅਨ ਲਾਈਟ। ਇੰਡੀਪੈਂਡੈਂਟ ਦੀ ਬਹੁਤ ਇਜ਼ ਦੇਅਰ ਇੰਡੀਪੈਂਡੈਂਟ, ਉਹਨਾਂ ਨੇ ਨਾ ਇੱਕ ਪਾਰਟੀ ਨਾਲ ਦੂਜੀ ਪਾਰਟੀ ਬੱਚਿਆਂ ਦਾ ਹੁੰਦਾ ਉਹਨਾਂ ਦਾ ਫੋਕਸ। ਹਾਂਜੀ, ਉਹਦੇ ਵਿੱਚ ਜਿਹੜੀ ਮੇਰੀ ਜ਼ਿੰਮੇਵਾਰੀ ਹੈਗੀ ਆ, ਉਹਦੇ ਵਿੱਚ ਮੈਂ ਫਰਮ ਦ ਚਾਈਲਡਸ ਪਰਸਪੈਕਟਿਵ ਉਹ ਲੈ ਕੇ ਆਉਣੀ ਆ। ਹਾਂਜੀ, ਨਾ ਮੈਂ ਮਾਲਿਕ ਕੋਲ ਨਹੀਂ ਹੱਕ ਕਰਨਾ ਨਹੀਂ ਇਨਵੋਲਵ ਐਨੀਵਨ ਐਲਸ। ਇੱਕ ਹੋਰ ਕਾਲ ਆਪਣੀ ਆਈ ਹੈ, ਆਪਾਂ ਕਾਲ ਜਾਂਦੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਜੀ, ਹੈਲੋ ਜੀ, ਹੈਲੋ। ਹਾਂਜੀ, ਤੁਸੀਂ ਲਾਈਵ ਆ? ਹਾਂਜੀ, ਆਪਣਾ ਨਾਮ ਦੱਸੋ ਤਾਂ ਕਿੱਥੋਂ ਕਰਦੇ ਕਾਲ? ਹਾਂਜੀ, ਮੇਰਾ ਨਾਮ ਸੁਰਜੀਤ ਸਿੰਘ ਹੈ ਜੀ। ਜੀ ਸਰਜੀਤ ਸਿੰਘ ਜੀ, ਅੱਜ ਦੇ ਪ੍ਰੋਗਰਾਮ ਤੇ ਕੀ ਤੁਸੀਂ ਕਹਿਣਾ ਚਾਹੋਗੇ? ਤੁਹਾਡਾ ਪ੍ਰੋਗਰਾਮ ਜਿਹੜਾ ਹੈਗਾ ਬਹੁਤ ਅੱਛਾ ਹੁੰਦਾ, ਠੀਕ, ਇੰਟਰੈਸਟਿਡ ਹੁੰਦਾ ਤੁਹਾਡਾ ਪ੍ਰੋਗਰਾਮ। ਹਾਂਜੀ, ਕਿਉਂ ਇਹ ਬਹੁਤ ਹੀ ਜ਼ਰੂਰੀ ਹੈਗਾ ਆ। ਜਿਹੜੇ ਸਾਡੇ ਜਿਹੜੇ ਹੈਗੇ ਆ ਹੋਰ ਬਜ਼ੁਰਗ ਆਏ ਸੀਗੇ ਜਿਹੜੇ ਹੈਗੇ ਆ, ਉਹਨਾਂ ਦੇ ਇਸ਼ੂ ਹੈਗੇ ਆ, ਚਿਲਡਰਨਸ ਦੇ ਇਸ਼ੂ ਹੈਗੇ ਆ, ਐਂਡ ਜਿਹੜੇ ਬੁਲੀ ਦੇ ਇਸ਼ੂ ਹੈਗੇ ਆ। ਮੈਂ ਇਸ ਦੌਰ ਦੇ ਵਿੱਚੋਂ ਨਿਕਲ ਚੁੱਕਾ ਆ। ਅੱਛਾ, ਸਾਲ ਪਰ ਮੈਂ ਇਸ ਦੌਰ ਚੋਂ ਨਿਕਲਿਆ। ਮੈਂ ਮੇਰੇ ਜਾਣਿਆਂ ਨੂੰ ਮਤਲਬ ਬੁਲੀ ਕਰਦੇ ਆ। ਸਰਜੀਤ ਸਿੰਘ ਜੀ, ਆਪਾਂ ਕੋਈ ਪਰਸਨਲ ਗੱਲ ਨਹੀਂ ਕਰਨੀ, ਪਰ ਤੁਸੀਂ ਸਿੱਖਿਆ ਕੀ ਚੋਂ? ਤੁਸੀਂ ਸਿੱਖਿਆ ਕੀ? ਹਾਂਜੀ, ਤੁਸੀਂ ਇਹ ਦੱਸੋ। ਤੁਸੀਂ ਕਿਉਂਕਿ ਮੈਂ ਦਰਸ਼ਕਾਂ ਨੂੰ ਦੱਸਣਾ ਵੀ ਅਸੀਂ ਅੱਜ ਕਰਕੇ ਕਾਨੂੰਨੀ ਕਾਰਵਾਈ ਆਪਾਂ ਪਰਸਨਲ ਇੱਥੇ ਕਿਸੇ ਦਾ ਕੇਸ ਨਹੀਂ ਡਿਸਕਸ ਕਰ ਸਕਦੇ। ਜੇ ਤੁਸੀਂ ਇਸ ਦੇ ਵਿੱਚ ਲੰਘੇ ਆ ਤਾਂ ਤੁਸੀਂ ਇਹ ਸਿੱਖਿਆ ਕੀ? ਤੁਸੀਂ ਵਾਟ ਹੈਵ ਯੂ ਲਰਨਡ ਇਨ ਐਕਸਪੀਰੀਅੰਸ, ਜਿਹੜਾ ਕਿ ਤੁਸੀਂ ਦੂਜਿਆਂ ਨੂੰ ਐਡਵਾਈਸ ਦੇ ਸਕਦੇ। ਇੱਥੇ ਤੱਕ ਆਪਾਂ ਮੇਰਾ ਫੀਡਬੈਕ ਰੱਖੀ ਹੈ। ਹਾਂਜੀ ਹਾਂਜੀ ਭੈਣ ਜੀ। ਹਾਂਜੀ, ਉਹ ਮੈਂ ਦੱਸ ਰਹੀ ਸੀ ਕਿ ਵੀ ਉਸ ਤੇ ਜਿਹੜੀ ਕੋਰਟ ਹੈਗੀ ਅਪੁਆਇੰਟ ਕਰਦੀ ਹੈ ਕੰਪਲੀਟਲੀ ਇੰਡੀਪੈਂਡੈਂਟ ਪਰਸਨ ਨੂੰ, ਜੋ ਕਿ
ਬੱਚੇ ਦੀ ਜਿਹੜੀ ਉਹਦੇ ਨੀਡਸ ਆ ਹਾਂਜੀ ਵੀ ਜੋ ਕੋਈ ਬੱਚੇ ਦੀ ਆਵਾਜ਼ ਕੀ ਹੈ, ਬੱਚਾ ਕੀ ਕਹਿੰਦਾ, ਬੱਚੇ ਦੀ ਉਹਦੇ ਵਾਸਤੇ ਕੀ ਸਹੀ ਹੈ, what's in the children's best interests, ਉਹਦੇ ਵਿੱਚ that's where I do my role. So that's that. But okay, so we want to just focus a bit on what kind of work is done with children. ਬੱਚਿਆਂ ਦੇ ਨਾਲ ਤੁਸੀਂ I mean you work with the parents and the children. I do both. You know, what do you do with them? Okay. What do I do with them? I sit them down and I'll get them to talk. Oh God, do you sit the family together? Is it like a family therapy or it's it is a systemic model. So what we do is we do some work with each parent, and that's what we do is what we talk about is we try to hear from each parents their ਉਹਦੀ ਕੀ lived experience ਆ, ਉਹਦੀ ਕੀ lived experience ਆ. When you said that you hear the both parents, are the both parents in there? No, I thought so. They can't be like head to head. Do you often get a lot of trauma coming out because of their own? Yeah. So what I'll do is I'll do some work with mom. Yeah, that's great. And I'll get mom separately just to understand her story. She may not felt that the stuff that she needs to offload on. I'll work with dad to understand his perspective. Yeah. But when I'm doing the talking with mom and dad, I don't just talk about them. No. I talk about their relationship with their child. So tell me a little bit about what was it like when the child was born? How did you decide names together? Kind of get that sort of what sort of involvement did they have with the child? You know, what was their attachment like with that child? How did they support with the child's upbringing? And so I can then start understanding individuals' parents' relationship with their child. Wow. But one of the other things that what we do is I'll often ask the other parent, what did you really like about mom? What do you think mom's really good at? Yeah. So really try to think, so can that parent mentalise the other parent as a parent? We don't position them as ex-partners, we position them as parents. They're trying to see from their perspective. Yeah, so we almost position them as you're not going to be working with your ex-partner, you're going to be working with your co-parent, which is a very different mindset thinking. Then we go and bring them into joint meetings together. And in the joint meetings, we get them to start planning. It's like therapy and counselling, basically. Yeah. But we intervene in the sense that we give them information about child development, we get them information about how they need to have routines. But you don't make those choices. No, we get them to do it. Exactly. Because what we say to them, they're your children. Exactly. You live with them. You've got parental responsibility, but also the child has a right to have a relationship with both parents. 100%. So now you decide how that's going to be. Coming back to that question about the identity of the child, particularly if it's in mixed background, do you do work with the children around identity? If they're, say, having negative feelings towards one ethnic background, how do you work How do you with deal that? with that? I think what we have to do is we have to give children a balanced view about both cultures. Yeah, that's right. Okay? And what we have to do is get them to think about, this is who mom is, this is who dad is. At the moment, they would like you both to have a participation. But as you grow up, you make your mom and dad are saying that you've got a choice. And I think when we go in with that kind of a mindset, rather than saying, what religion do you want to be, then we're putting children... Well, let me give you a scenario, because I don't know how typical this is, but say there's a couple, and one of them's more religious, maybe the mother's quite religious, and the father isn't particularly, maybe even has a bit of a drink, but the mother's been, bringing the child up Ges or Akea and taking to the Gurdwara. And what happens if they're in that situation? Then, what if the father says, actually, I don't want him to go to the Gurdwara? Well, no. What I would say to that father is that when he's with you, if you choose not to take, then you can't. Then you don't need to do that. But you can't stop the mother. But that's the mother's choice. But what if he says, I'm going to take him to have his hair cut? Well, then that's another scenario. That's when we have to start really. If it was in the safeguarding arena, then we would have to really properly assess that. You do. Yeah. We can't make every decision. You can't. We can't assess every situation, and we don't have PR, so we can't make those decisions. So there's almost impossible situations. Yeah, it is. And it does. You have to happen. put the ball in them. It happens to decide. ਹਾਂਜੀ ਨਹੀਂ ਜਿੱਦਾਂ ਹੁਣ ਇੱਥੇ ਵਾਲ ਕੱਟਣ ਦੀ ਗੱਲ ਹੈ, ਕਈ ਵਾਰੀ ਮੈਂ ਕਿੰਨੇ ਕੇਸਿਸ ਦੇ ਵਿੱਚ ਉੱਥੇ ਜਿਹੜੇ ਮਾਂ-ਬਾਪ ਹੈਗੇ ਜ਼ਿਆਦਾ ਹੀ ਅਮੀਰ ਪੇਰੈਂਟਸ ਹੈਗੇ ਆ,
ਉਹਨਾਂ ਦੀ ਆਰਗੂਮੈਂਟ ਹੁੰਦੀ ਹੈ ਐਸ ਇੰਡੀਪੈਂਡੈਂਟ ਸਕੂਲ ਜਾਣਾ ਜਾਂ ਐਸ ਇੰਡੀਪੈਂਡੈਂਟ ਸਕੂਲ ਜਾਣਾ, ਜਾਣਾ। ਉਹਦੇ ਵਿੱਚ ਉਹ ਕੋਰਟ ਵਿੱਚ ਪਹੁੰਚ ਜਾਂਦੇ ਇਸ ਕਰਦੇ। ਉੱਥੇ ਫਿਰ ਤੁਹਾਨੂੰ Trophies ਇੰਡੀਪੈਂਡੈਂਟਲੀ ਹੁੰਦੇ ਨੇ, they think that trophies ਹਾਂਜੀ are there. ਉੱਥੇ ਫਿਰ ਮੇਰੇ ਵਰਗਿਆਂ ਨੂੰ ਜਾ ਕੇ ਨਹੀਂ ਸਮਝੇ ਜਾਂਦਾ ਉਹਨਾਂ ਨੂੰ, ਬੱਚਿਆਂ ਨੂੰ, ਹਨਾ। ਹਾਂਜੀ ਦੇਖਣਾ ਪੈਂਦਾ ਵੀ ਆਹ ਸਕੂਲ ਆਫਰ ਕਰਦਾ, ਆਫਰ ਕਰਦਾ, ਵਿੱਚੇ ਇਹਦੇ ਵਿੱਚ ਬੱਚਾ ਕੀ ਚਾਹੁੰਦਾ। ਉਹ ਮੈਂ ਪਿਛਲੇ ਸਾਲ ਬੱਚੇ ਦੇ ਇੰਟਰਸਟ ਦੇਖਦੇ ਨੇ, ਉਹ ਆਪਣਾ ਇੰਟਰਸਟ ਦੇਖਦੇ, ਸਾਡਾ ਕੀ, ਅਸੀਂ ਕੀ ਕਿਹਦੇ ਨਾਲ ਲਿਜਾਈਏ ਇਹਨਾਂ ਨੂੰ, ਕੀ ਕਰਾਈਏ। ਉਹ ਸਾਡੇ ਲਈ ਕੀ ਸੌਖਾ ਆ ਜੇ ਮੈਂ ਇੱਥੇ ਸਕੂਲ ਹੈ, ਯੂ نو ਸਮਝਾ ਬੱਚੇ ਨੇ ਜਿੱਦਾਂ ਮਾਪੇ ਨੇ ਜੇ ਜਿਹੜੀ ਚੀਜ਼ਾਂ ਨਹੀਂ ਆਪ ਕੀਤੇ, ਉਹ ਬੱਚੇ ਤੇ ਘਰ ਪਾਉਂਦੇ ਵੀ ਅਸੀਂ ਆਪਦੇ ਬੱਚੇ ਇਦਾਂ ਬਣਾਉਣੇ, ਇਦਾਂ ਕਰਨਾ ਜਾਂ ਵਾਟ। ਇੱਕ ਗੱਲ ਮੈਂ ਕਿਹਾ ਥੋੜਾ ਜਿਹਾ ਨਾ, ਕਿਉਂਕਿ ਕਈ ਹੁਣ ਕੇਸਿਸ ਹੁੰਦੇ ਆ ਵੀ ਕਈ ਵਾਰੀ ਰਿਸਕ ਨਹੀਂ ਹੁੰਦੀ ਆ। ਹਾਂਜੀ ਕभी ਡੋਮੈਸਟਿਕ ਅਬਿਊਜ਼ ਹੁੰਦਾ ਆ। ਮੈਂ ਆਪਣੇ ਕਈ ਫੈਮਲੀਆਂ ਇਹ ਵੀ ਕੀਤਾ ਕਿ ਜਿਹਦੇ ਵਿੱਚ ਦੂਸਰੇ ਕੰਟਰੀ ਦੇ ਵਿੱਚ ਫੈਮਿਲੀ ਮੈਂਬਰ ਦੇ ਕਤਲ ਵੀ ਹੋਇਆ। ਹਾਂਜੀ ਬੱਚਿਆਂ ਦੇ ਰੌਲੇ ਤੋਂ। ਹਾਂਜੀ ਫਿਰ ਉੱਥੇ ਨਾ ਤੁਹਾਨੂੰ ਸਾਨੂੰ ਜਿਹੜੀ ਰਿਸਕ ਅਸੈਸਮੈਂਟ ਬਹੁਤ ਕੇਅਰਫੁਲੀ ਕਰਨੀ ਪੈਂਦੀ ਹੈ ਵੀ ਜੇ ਬੱਚਾ ਪਿਓ ਕੋਲ ਜਾਂਦਾ ਵੀ ਕੀ ਰਿਸਕ ਤੇ ਰਿਸਕ, ਹਾਂਜੀ ਵੀ ਉਹ ਉੱਥੋਂ ਰਿਸਕ ਕੀ ਹੈ, ਜੇ ਬੱਚਾ ਮਾਂ ਕੋਲ ਰਹਿੰਦਾ ਤੇ ਉਹਦੀ ਫੈਮਿਲੀ ਦੇ ਕੀ ਉਹਦੇ ਰਿਸਕ ਕੀ ਹੈਗੀ ਹੈ। ਕਿਉਂਕਿ ਕਈ ਵਾਰ ਤੇ ਲੋਕ ਇਹ ਇੰਨੀ ਸੀਰੀਅਸ ਲੈਂਦੇ। ਮੈਂ ਕਈ ਫੈਮਲੀਆਂ ਕੰਮ ਕੀਤੇ, ਅਜੇ ਤੱਕ ਉਹ ਜੇਲ੍ਹ 'ਚ ਬੈਠੇ ਆ ਵੀ। ਹਾਂਜੀ ਕਿਉਂਕਿ ਉਹਨਾਂ ਨੇ ਕੰਸਪਾਇਰ ਕੀਤਾ ਸੀ ਬੱਚੇ ਨੂੰ, ਉਹਨਾਂ ਨੂੰ ਅਸੀਂ ਫੈਮਿਲੀ ਮੈਂਬਰ ਨੂੰ ਕੋਰਟ ਪਹੁੰਚਣ ਹੀ ਨਹੀਂ ਦੇਣਾ। ਉਹ ਪੁਲਿਸ ਨੂੰ ਪਤਾ ਲੱਗ ਗਿਆ, ਫੜ ਲਈ ਪਹਿਲਾਂ ਤੇ ਉਹਨਾਂ ਸਾਰੇ। ਹਾਂਜੀ ਉਹਨਾਂ ਨਾਲ ਵੀ ਬੈਠ ਕੇ ਗੱਲ ਕਰਨੀ ਪੈਂਦੀ ਹੈ। ਬਿਲਕੁਲ ਹਾਂਜੀ ਦੇਖੋ ਹੁਣ ਸਾਡੇ ਵਾਸਤੇ ਤਾਂ ਕੋਈ ਵੀ ਇਨਸਾਨ ਹੈ, ਉਹ ਸਾਨੂੰ ਮੈਂ ਤਾਂ ਉਹਦੀ ਹਰ ਇੱਕ ਦੀ ਇਨਸਾਨ ਦੀ ਇੱਜ਼ਤ ਕਰਦੀ ਹਾਂ। ਉਹਦੇ ਇਹ ਨਹੀਂ ਹੈ ਕਿ ਵੀ ਤੁਸੀਂ ਜੇ ਤੁਹਾਨੂੰ ਪ੍ਰੋਬਲਮ ਹੈਗੀ ਵੀ ਜੇ ਤੁਸੀਂ ਜੇਲ੍ਹ 'ਚ ਬੈਠੇ ਜਾਂ ਤੁਸੀਂ ਇੱਥੇ ਬੈਠੇ ਹੋ, ਮੇਰੇ ਲਈ ਤਾਂ ਤੁਸੀਂ ਇਨਸਾਨ ਹੋ, ਤਾਂ ਮੈਂ ਤੁਹਾਨੂੰ ਇਨਸਾਨ ਵਾਸਤੇ ਕਰਨਾ ਹੈ। ਪਰ ਉਹਦੇ ਵਿੱਚ ਹਾਂਜੀ ਕਿਉਂਕਿ ਕਈ ਜਿਹੜੇ ਫੈਮਲੀਜ਼ ਕਈ ਵਾਰੀ ਰਿਸਕ ਇੰਨੀ ਵੀ ਵੱਧ ਜਾਂਦੀ ਹੈ ਕਿ ਮਾਂ ਜਿਹੜਾ ਇੱਕ ਪੇਰੈਂਟ ਜਾਂ ਕੋਈ ਹੋਵੇ ਵੀ ਜੇ ਮੈਂ ਨਹੀਂ ਮਿਲ ਸਕਦਾ ਬੱਚੇ ਨੂੰ ਤਾਂ ਉਹ ਵੀ ਨਹੀਂ ਮਿਲ ਸਕਦਾ, ਕਿਸੇ ਜੋਗਾ ਵੀ ਨਹੀਂ ਰਹਿਣਾ। ਬੱਚਿਆਂ ਦੇ ਕਤਲ ਵੀ ਹੋਇਆ। ਹਾਂਜੀ ਇੱਥੇ ਨਾ ਹਾਂਜੀ ਇਹ ਕਰਕੇ ਕਹਿਣਾ ਸੌਖਾ ਹੈ, ਪਰ ਉਹਦੇ ਵਿੱਚ ਜਿਹੜੀ ਜ਼ਰੂਰੀ ਦੇਖਣਾ ਪੈਂਦਾ ਨਾ ਵੀ ਬੱਚੇ ਦੀ ਜਾਨ ਚਲ ਜਾਂਦੀ ਹੈ। ਸਾਡੀ ਜੌਬ ਇਹ ਵੀ ਹੈਗੀ ਦੇਖਣਾ ਵੀ ਤੇ ਇਹਦੀ ਜੇ ਦੂਸਰੇ ਪੇਰੈਂਟ ਨੂੰ ਮਿਲਣਾ ਇੱਥੋਂ ਇਹਦਾ ਬੱਚੇ ਨੂੰ ਕੀ ਖਤਰਾ, ਬੱਚੇ ਦੀ ਮਾਂ ਨੂੰ ਕੀ ਖਤਰਾ। ਜੇ ਬੱਚਾ ਮਾਂ ਕੋਲ ਆ ਤਾਂ ਇੱਥੋਂ ਕੋਈ ਮੈਨੂੰ ਚਿਰ ਹੋ ਗਿਆ ਬਿਨਾਂ ਪ੍ਰੈਕਟਿਸ ਸਮਝਿਆ। ਮੈਨੂੰ ਚਿੱਤਾ ਜਦੋਂ ਜੇ ਕੋਈ ਸਕੂਲ ਦੇ ਵਿੱਚ ਬੱਚੇ ਨੇ ਸੈਕਸ਼ੂਅਲ ਅਬਿਊਜ਼ ਦਾ ਐਲੀਗੇਸ਼ਨ ਕੀਤਾ ਹੋਵੇ ਅਗੇਂਸਟ ਦਾ ਫਾਦਰ ਹੈ ਨਾ, ਉਦੋਂ ਬਹੁਤ ਸੀਰੀਅਸ ਸਿਚੁਏਸ਼ਨ ਹੁੰਦਾ ਸੀ ਕਿਉਂਕਿ that child could actually be in high risk at that moment in time. You had to get them in a place of safety quickly. Because even though it's an allegation, and because one consequence could be that the child could be silenced. I've worked with sex offenders, and I've risk assessed sex offenders when I worked at NSPCC, and where family members or children who lived with parents who had a history of sexual abuse. Now those cases are really, really complex cases. They are very complex. There's also sexual abuse within a sibling group as well. So let's not just. But that can trigger off family breakdown. Yeah. If there's an allegation there, and then that can immediately that family can break down. Immediately. But that's the same with, if we think about, it's not the same level of risk, but if we look at other forms of risk like physical abuse. Now, a lot of our children now as well are, because of breakdown in family home, we know it's an adverse experience. What that adverse experience as well we think about is a lot of our children are going into criminal behaviour. There's a lot of activity around that. A lot of our children are being groomed as well online because our parents are separated. They're doing their own thing. Our children are doing their own thing. So again, separation brings a whole host of other problems alongside that, especially if two parents are not talking to each other. Can I just ask one more thing? Because you talked about prisons. Just recently there's been a case where the father, he's a sex offender, he's in prison. But the judge has taken away his parental rights because the risk he poses, So you can lose your parental rights under certain circumstances,
If the local authority gets involved, Yeah. they can remove your parental rights if there's a That, risk. that is parental rights really PR. That's only in the case of adoption. If the child is adopted, then you PR ਜਿਹੜੀ parental responsibility ਉਹ extinguish ਹੋ ਜਾਂਦੀ ਹੈ। ਜੇ ਬੱਚਾ ਫਸਟ ਕੇਅਰ 'ਚ ਜਾਂਦਾ ਹੈ, ਅਡਾਪਟ ਨਹੀਂ ਹੁੰਦਾ, ਤਾਂ ਉਹ ਜਿਹੜੀ ਉਹ ਕੰਟੀਨਿਊ ਪੈਰੈਂਟਲ ਰਿਸਪੌਂਸਿਬਿਲਿਟੀ ਰਹਿੰਦੀ ਹੈ, ਪਰ ਉਹਦੇ ਵਿੱਚ ਇਹ ਹੁੰਦਾ ਵੀ ਤੁਸੀਂ ਕਿੰਨੀ ਕੁ ਉਹ ਐਕਸਰਸਾਈਜ਼ ਕਰ ਸਕਦੇ ਹੋ। ਹਾਂਜੀ, ਮੈਂ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੇ ਆਪਣੇ ਸੈਕਸ਼ੂਅਲ ਅਬਿਊਜ਼ ਦੀ, ਉਹਦੇ ਵਿੱਚ ਇੱਕ ਮੈਂ there was a father, ਐਲੀਗੇਸ਼ਨ ਸੀਗੀਆਂ, ਕੋਰਟ ਨੇ ਫਾਈਂਡਿੰਗਸ ਵੀ ਕੀਤੀਆਂ ਕਿ ਕੀਤਾ ਆ। ਉਹਦੇ ਵਿੱਚ ਜਦੋਂ ਲੋਕਲ ਅਥਾਰਟੀ ਪਬਲਿਕ ਲੋ ਕੇਸ ਸੀ, ਕੋਈ ਲੋਕਲ ਅਥਾਰਟੀ ਵਾਲੇ ਕਹਿੰਦੇ ਸੀਗੇ ਵੀ ਅਸੀਂ ਪਿਓ ਬੱਚਿਆਂ ਨੂੰ ਦੇਖ ਸਕਦਾ। ਜਦੋਂ ਮੈਂ ਉਹਦੀ ਛਾਣਬੀਨ ਨਹੀਂ ਕੀਤੀ, ਐਕਸੈਸਮੈਂਟ ਕੀਤੀ, ਕਿਉਂਕਿ ਇੱਕ ਬੱਚੇ ਨੂੰ ਮੈਨੂੰ ਯਾਦ ਉਹਦੇ ਵਿੱਚ ਸੁਪਰਵਾਈਜ਼ਡ ਐਕਸੈਸ ਹੋ ਸਕਦਾ, ਸੁਪਰਵਾਈਜ਼ਡ ਐਕਸੈਸ ਸੁਪਰਵਾਈਜ਼ਡ, ਉੱਥੇ ਮੈਂ ਗੱਲ ਆ ਰਹੀ ਹਾਂ। ਇੱਕ ਜਿਹੜਾ ਪੇਰੈਂਟਸ ਸੀ, ਇੱਕ ਬੱਚੇ ਨੇ ਮੈਨੂੰ ਇਹ ਕਿਹਾ ਕਿ ਮਾਈ ਡੈਡ ਵਾਸ ਟੈਲਿੰਗ ਮੀ ਵਿਦ ਹਿਜ਼ ਆਈਜ਼। ਦੇਖੋ ਤੁਹਾਨੂੰ ਹਾਂਜੀ ਵੀ ਬੱਚੇ ਨੂੰ ਉਹ ਜਿਹੜੇ ਆਪਣੇ ਸੈਕਸ਼ੂਅਲ ਅਬਿਊਜ਼ ਦਾ ਲੋਟ ਪਾਵਰ, ਉਹਨੂੰ ਚੁੱਪ ਕਰਾਉਣ ਵਾਸਤੇ, ਉਹਨੂੰ ਡਿਸਕ੍ਰੈਡਿਟ ਕਰਨ ਲਈ, ਉਹਨੂੰ ਗੈਸਲਾਈਟ ਕਰਨ ਵਾਸਤੇ ਉਹਨਾਂ ਨੇ ਆਪਣੀ ਪੂਰੀ ਪਾਵਰ ਯੂਜ਼ ਕਰਨੀ ਹੈ। ਉਹਦੇ ਵਿੱਚ ਜੇ ਭਾਵੇਂ ਉਹ ਸੁਪਰਵਾਈਜ਼ਰ ਅਨਸੁਪਰਵਾਈਜ਼ਰ ਬੱਚਾ ਉੱਥੇ ਸੇਫ ਰਹਿ ਸਕਦਾ। ਹਾਂਜੀ, ਇਹ ਬੱਚੇ ਦੀ ਸੇਫਟੀ ਦੇਖਣੀ ਪੈਂਦੀ ਹੈ ਉਹਦੇ ਵਿੱਚ। ਹਾਂਜੀ, ਜੇ ਬੱਚਾ ਨਹੀਂ ਉੱਥੇ ਸੇਫ ਰਹਿ ਸਕਦਾ ਤਾਂ ਆਈ ਹੈਵ ਸਟੂਡ ਇਨ ਕੋਰਟ ਐਂਡ ਵੇਅਰ ਮੈਂ ਆਰਗੂ ਕੀਤਾ ਕਿ ਬੱਚੇ ਨੂੰ ਉਹਨਾਂ ਨੂੰ ਚਿੱਠੀ ਵੀ ਨਹੀਂ ਮਿਲਣੀ ਲਿਖਣੀ ਚਾਹੀਦੀ, ਕਿਉਂਕਿ ਇਹਨੇ ਬੱਚੇ ਨੂੰ ਇੰਨਾ ਮੈਨੀਪੂਲੇਟ ਕਰ ਲੈਣਾ ਆ, ਕਿਉਂਕਿ ਇੰਨਾ ਇਨਫਲੂਐਂਸ ਹੈ, ਇੰਨੀ ਪਾਵਰ ਹੈ ਬੱਚੇ ਦੇ ਉੱਤੇ ਵੀ ਉਹ ਬੱਚੇ ਨੇ ਬਿਲਕੁਲ ਆਪਣੀ ਆਵਾਜ਼ ਤੇ ਉਹਨੇ ਅਬਿਊਜ਼ ਹੁੰਦੇ ਰਹਿਣਾ ਸਾਰੀ ਉਮਰ, ਕਿਉਂਕਿ ਉਹ ਛੱਡਣਾ ਨਹੀਂ ਹੈਗਾ। ਹਾਂਜੀ, when I've done this kind of work, when I worked at NSPCC, I used to have to go and tell children what a risk their father was, especially if they were imprisoned, because children didn't always know. They don't understand that. You know, if you've been 3, 4, how do you make sense of that? I don't know. I mean, I've been counsel myself and visiting prisons as well, like children being sexually abused, and they done some crime and they've been in there because they want to do the crime because they want to be near the parent, you know, the father or the whatever who's abusing them. So you know what you mentioned, I mean, I didn't know you can actually, what you're saying now, like there is specialist work out there. You know, you have to assess the whole family dynamic. I mean, this is a completely different topic, but what we're saying is but what I'm saying is there's lots of different factors that come into play. We've got about 10 minutes left. We're going to wrap up as well. I don't think we're going to get any more calls, but I just want you to focus a bit on the extended families. What kind of role can extended families play, either negative or positive? Because I'm sure it plays both ways. I think a negative. I think firstly, you know, if you've got children, I think it's really important that the wider family don't make negative comments about the other parent, regardless of what. ਕਹਿੰਦੇ ਵੀ ਪੱਖ ਨਹੀਂ ਲੈਣਾ ਚਾਹੀਦਾ। ਜੇ ਪੱਖ ਲੈ ਲਓਗੇ, ਮਾੜੀ ਚੰਗੀਆਂ ਗੱਲਾਂ ਨਹੀਂ ਕਹਿਣੀ ਚਾਹੀਦੀ ਤੀਵੀਂ ਆਦਮੀ ਨੂੰ, ਇੱਕ ਦੂਜੇ ਨੂੰ, ਬੱਚੇ ਨੂੰ ਕਹਿਣਾ ਬੱਚੇ ਦੇ ਮੋੜੇ ਨਹੀਂ ਉਹ ਗੱਲਾਂ ਮਾੜੀ ਆ, ਤੇਰੀ ਮੰਮੀ ਚੰਗੀ ਨਹੀਂ, ਜਾਂ ਆਪਦੇ ਪੇ ਨੂੰ ਕਹਿਣਾ ਵੀ ਤੇਰਾ ਪੇ ਇਦਾਂ ਦਾ ਖਰਾਬ ਆ, ਜਾਂ ਇਹ ਤਾਂ ਬਹੁਤ ਸੌਖਾ ਆ। ਕਈ ਵਾਰੀ ਨਾ ਫਿਰ ਤੁਸੀਂ ਆਪਣਾ ਗੁੱਸਾ ਬੱਚੇ ਤੇ ਕਰਦੇ ਹੋ, ਜਿਹੜਾ ਬਹੁਤ ਮਾੜਾ ਆ ਨਾ। ਬੱਚੇ ਦੇ ਮੋੜੇ ਕੋਈ ਗੱਲ ਕਰਨੀ ਆ, ਦੂਸਰੇ ਉਹਨਾਂ ਦੀ ਫੈਮਿਲੀ ਬੜੇ, ਉਹਦੇ ਫੈਮਿਲੀ ਬੜੇ ਹੈ ਕਰਕੇ ਉਹ ਬੱਚੇ ਨੇ ਤਾਂ ਉਸ ਫੈਮਿਲੀ, ਦੋਨੇ ਫੈਮਲੀਆਂ ਦੇ ਵਿੱਚ ਰਹਿਣਾ, ਤੁਸੀਂ ਤਾਂ ਚਲ ਜਾਣਾ ਆ, ਹਨਾ। ਬਿਲਕੁਲ ਜੀ, ਆਈ ਥਿੰਕ ਇਹ ਸੋਚਣਾ ਚਾਹੀਦਾ ਵੀ ਦੇਖੋ ਮਾਂ-ਬਾਪ ਦੀ ਤੇ ਨਹੀਂ ਬਣੀ, ਵੀ ਜਿਹੜੇ ਬਾਕੀ ਰਿਸ਼ਤੇ ਆ ਉਹ ਤਾਂ ਨਾ ਤੋੜੋ, ਉਹ ਤਾਂ ਨਾ ਖਰਾਬ ਕਰੋ। ਜੇ ਜਿੱਥੋਂ ਤੱਕ ਤੁਸੀਂ ਕਰ ਸਕਦੇ ਹੋ, ਜਿਹੜੇ ਬਾਕੀ ਰਿਸ਼ਤੇਦਾਰ ਆ ਨਾ, ਰਿਸ਼ਤੇ ਹੈਗੇ ਆਪਣੇ, ਉਹਨਾਂ ਨੂੰ ਬਣਾ ਕੇ ਰੱਖੋ, ਕਿਉਂਕਿ ਉਹ ਬੱਚੇ ਵੱਡੇ ਹੋਣਗੇ, ਉਹਨਾਂ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਉਹਨਾਂ ਦੇ ਕਜ਼ਨਸ ਹੋਣ, ਉਹਨਾਂ ਦੇ ਰਿਸ਼ਤੇਦਾਰ ਹੋਣ, ਵੀ ਉਹਨਾਂ ਨਾਲ, ਕਿਉਂਕਿ ਇੱਕ ਜਿਹੜੀ ਹੈਗੀ ਹੈ ਮੇਨ ਗੱਲ ਬੱਚੇ ਨੂੰ, ਪੇਰੈਂਟਸ ਨੂੰ ਸੋਚਣੀ ਚਾਹੀਦੀ ਹੈ ਵੀ ਜਿੰਨੇ ਜ਼ਿਆਦਾ ਲੋਕ ਹੈਗੇ ਆ ਬੱਚੇ ਨੂੰ ਪਿਆਰ ਕਰਨ ਵਾਸਤੇ, ਉਹ ਸਭ ਤੋਂ ਬੱਚੇ ਲਈ ਸਭ ਤੋਂ ਚੰਗੀ ਗੱਲ ਹੈ। ਉਹਨਾਂ ਨੂੰ ਬੱਚੇ ਨੂੰ ਉਹ ਜਿਹੜਾ ਪਿਆਰ ਹੈ, ਉਹਨਾਂ ਦੀ ਮੁਹੱਬਤ ਆ, ਜਿੱਦਾਂ ਤੁਹਾਡੇ, ਜਿੱਦਾਂ ਕਹਿ ਦੋ ਭੈਣ ਭਰਾਵਾਂ ਨਾਲ ਕਹਿ ਲੋ, ਜਾਂ ਰਿਸ਼ਤੇਦਾਰਾਂ ਨਾਲ, ਤੁਸੀਂ ਬੱਚਿਆਂ ਨੂੰ ਕੋਈ ਤੁਹਾਡੀ ਪ੍ਰੋਬਲਮ ਹੈ ਨਾ ਕਿ ਬੱਚੇ ਦੀ ਪ੍ਰੋਬਲਮ, ਬੱਚਿਆਂ ਨੂੰ ਕਿੱਥੋਂ ਲਿਆ। ਮੈਂ ਤਾਂ ਇੱਥੇ ਤੱਕ ਵੀ ਕਹੂੰਗਾ ਵੀ ਦੇਖੋ, ਜਿੱਦਾਂ ਮੈਂ ਸ਼ੁਰੂ ਕੀਤਾ ਸੀ ਪ੍ਰੋਗਰਾਮ, ਵੀ ਭਾਰਤ ਦੇ ਵਿੱਚ ਡਿਵੋਰਸ ਰੇਟ ਬਹੁਤ ਲੋ, 1% ਆ ਸਟੈਟਿਸਟਿਕਸ ਇਹ ਕਹਿੰਦੇ, ਪਰ ਬ੍ਰੇਕਡਾਊਨ ਜ਼ਰੂਰ ਜ਼ਿਆਦਾ ਹੋਣਗੇ। ਪਰ ਸਾਨੂੰ ਨਾ ਦੇਖੋ, ਜਦੋਂ ਤੁਸੀਂ ਕਿਸੇ ਦਾ ਰਿਸ਼ਤਾ ਕਰਦੇ ਆ, ਕੋਈ ਨਹੀਂ ਚਾਹੁੰਦਾ ਵੀ ਇਹ ਐਂਡਸ ਅਪ ਇਨ ਸੈਪਰੇਸ਼ਨ ਔਰ ਡਿਵੋਰਸ। ਉਹ ਆਪਣੀ ਬੁੱਧੀ ਅਨੁਸਾਰ, ਕਿਉਂਕਿ ਸਾਡਾ ਅਰੇਂਜ ਮੈਰਿਜ ਸਿਸਟਮ ਹੁੰਦਾ ਸੀ, ਉਹ ਦੇਖਦੇ, ਸਭ ਕੁਝ ਦੇਖਦੇ ਸੀਗੇ।
ਸੋ ਜੇ ਉਹ ਬ੍ਰੇਕਡਾਊਨ ਹੋ ਗਿਆ, ਤੁਸੀਂ ਬਲੇਮ ਕਲਚਰ ਤੋਂ ਨਾ ਜਾਵੋ। ਬਲੇਮ ਕਲਚਰ ਦੇ ਨਾਲ ਜੇ ਹੁਣ ਚੀਜ਼ ਟੁੱਟ ਗਈ ਆ, ਉਹਨੂੰ ਤੁਸੀਂ ਹੋਰ ਮਾਰੋਗੇ ਤਾਂ ਹੋਰ ਟੁੱਟੂਗੀ। ਹਾਂਜੀ, ਇਹੀ ਗੱਲ ਆ। ਹਾਂਜੀ ਹਾਂਜੀ, ਉਹ ਤੁਸੀਂ ਹੀਲਿੰਗ ਕਰੋ ਨਾ। ਉਹਦੇ ਵਿੱਚ ਦੇਖੋ ਆਪਣਾ, ਇਸ ਕਰਕੇ ਜੇ ਤੁਹਾਨੂੰ ਆਪਣੀ ਜਿਹੜੀ ਫੀਲਿੰਗਸ ਹੈਗੀਆਂ ਉਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਮੈਨੇਜ ਕਰ ਰੱਖੋ, ਨਾ ਕਿ ਉਹ ਤੁਸੀਂ ਬੱਚੇ ਤੇ ਆਪਣੀ ਇੰਪੋਜ਼ ਕਰਕੇ ਉਹਨਾਂ ਦਾ ਵੀ ਰਿਸ਼ਤਾ ਖਰਾਬ ਕਰੋ। ਫਿਊਚਰ ਉਹਨਾਂ ਦੀ ਖਰਾਬ ਹੋ ਸਕਦੀ ਹੈ। ਹਾਂਜੀ। So we can just maybe kind of wrap up now as well. So it's any final thoughts, any messages you want to give to the viewers around children's kind of interest in some of these situations? I just want to say, I just ਸਾਰਿਆਂ ਨੂੰ ਮੈਂ ਕਹਿੰਦੀ ਆ ਵੀ ਜੇ if you are struggling, you know, and you want some support, there is lots of support out there as well. Don't think there isn't. If your family can't help you, please reach out. Try and find some support within the community, or there's lots of resources within local authorities and organisations like ourselves. But also, we just need to make this better for our community, really. And Panji, ਤੁਸੀਂ ਕੋਈ final thoughts? ਹਾਂਜੀ, my final thoughts ਇਹ ਹੈ ਕਿ ਦੇਖੋ, ਜਦੋਂ ਇੱਕ ਵਾਰੀ ਜੇ ਸੈਪਰੇਸ਼ਨ ਤੁਹਾਡੀ ਬ੍ਰੇਕਅਪ ਹੋ ਗਈ ਵੀ ਕਿਸੇ ਕਾਰਨ ਕਰਕੇ, ਉਹਦੇ ਵਿੱਚ ਜਿਹੜੇ ਬੱਚੇ ਆ ਉਹ ਤੁਹਾਡੇ ਮਾਸੂਮ ਫੁੱਲ ਨੇ, ਉਹਨਾਂ ਨੂੰ ਸੰਭਾਲ ਕੇ ਰੱਖੋ। ਉਹ ਜਿਹੜੀ ਤੁਹਾਡੀਆਂ ਮੁਸ਼ਕਿਲਾਂ ਹੈਗੀਆਂ ਨਾ, ਜੇ ਉਹ ਤੁਹਾਡੇ ਬੱਚਿਆਂ ਤੇ ਵੀ ਤੁਸੀਂ ਇੰਪੋਜ਼ ਕਰਦੇ ਰਹੇ, ਉਹਨਾਂ ਦੀ ਜ਼ਿੰਦਗੀ ਵਿੱਚ ਉਹੀ ਕੁਛ ਹੋਣਾ ਜੋ ਕੁਛ ਤੁਹਾਡੇ 'ਚ ਹੋਇਆ। ਇਸ ਕਰਕੇ ਉਹ ਬੱਚਿਆਂ ਨੂੰ ਜ਼ਰੂਰੀ ਹੈ ਕਿ ਆਪਣੇ ਉਹ ਜਿੱਥੇ ਰਿਸ਼ਤੇ ਜਿਹੜੇ ਬਣਾ ਕੇ ਰੱਖ ਸਕਦੇ ਹੋ ਉਹ ਬਣਾਓ, ਜੇ ਸੇਫ ਨੇ। ਜੇ ਸੇਫ ਨਹੀਂ ਹੈਗੇ ਫਿਰ ਤੁਹਾਨੂੰ ਪ੍ਰੋਟੈਕਸ਼ਨ ਵੀ ਲੈਣੀ ਚਾਹੀਦੀ ਹੈ। ਉਹ ਐਵੇਂ ਫਾਲਸ ਐਲੀਗੇਸ਼ਨ ਵਗੈਰਾ ਕਰਕੇ ਜਿੱਦਾਂ ਚ ਨਾ ਪਾਓ, ਹੱਠੀ ਨਾ ਕਰੋ ਵੀ ਇਹ ਮੇਰਾ ਬੱਚਾ ਹੈ। ਉਹ ਬੱਚਾ ਤੁਹਾਡਾ ਆਬਜੈਕਟ ਨਹੀਂ ਹੈਗਾ, ਬੱਚਾ ਤੁਹਾਡਾ ਦੋਨਾਂ ਦਾ ਹੀ ਹੈ। ਹਾਂਜੀ, ਉਹ ਬੱਚੇ ਦੇ ਵੀ ਹੱਕ ਨੇ, ਉਹ ਬੱਚਿਆਂ ਦੇ ਵੀ ਸੋਚੋ ਵੀ ਬੱਚੇ ਦੀ ਕੀ ਜ਼ਰੂਰਤ ਹੈ ਇਹਦੇ ਵਿੱਚ, ਨਾ ਕਿ ਮੈਂ ਡਿਫਾਈਨ ਕਰਨਾ ਵੀ ਬੱਚੇ ਦੀ ਜ਼ਰੂਰਤ ਕੀ ਹੈ। ਉਹਨੂੰ ਬੱਚੇ ਨੂੰ ਸੋਚੋ ਵੀ ਇਹਨੂੰ ਕੀ ਜ਼ਰੂਰਤ ਹੈ, ਇਹਦੇ ਰਿਸ਼ਤੇ ਜਿਹੜੇ ਹੈਗੇ ਇਹਦੇ ਰਿਸ਼ਤੇ ਬਣਾ ਕੇ ਰੱਖੂੰਗੀ ਮੈਂ ਜਾਂ ਮੈਂ ਰੱਖੂੰਗਾ ਤਾਂ ਉਹ ਤੁਹਾਡੇ ਬੱਚੇ ਦਾ ਫਾਇਦਾ ਹੋਣਾ। ਸੋ ਇਸ ਕਰਕੇ ਬਹੁਤ ਇਸ ਸੰਭਲ ਕੇ ਚੱਲੋ, ਬੱਚਿਆਂ ਨੂੰ ਸੰਭਾਲ ਕੇ ਰੱਖੋ। ਜੇ ਤੁਸੀਂ ਅਲੱਗ-ਅਲੱਗ ਵੀ ਹੋਵੇ ਤੁਸੀਂ ਕਰ ਸਕਦੇ ਹੋ, ਬੱਚੇ ਦੀ ਦੋਨੋਂ ਉਹਦੀ ਬੱਚੇ ਦੀ ਦੇਖਭਾਲ ਕਰ ਸਕਦੇ ਹੋ। ਪਿਆਰ ਨਾਲ ਸਮਝਾਓ ਉਹਨੂੰ, ਬੱਚੇ ਨਾਲ ਤਾਂ ਤੁਹਾਡਾ ਪਿਆਰ ਹੈਗਾ। ਹਾਂਜੀ, ਠੀਕ ਹੈ, ਤੁਹਾਡਾ ਜੇ ਆਪਸ ਵਿੱਚ ਖਤਮ ਹੋ ਗਿਆ ਤੇ ਹਾਂਜੀ, ਆਪਸ ਖਤਮ ਹੋ ਗਏ, ਬੱਚੇ ਤਾਂ ਇਹਨਾਂ ਨਾਲ ਹੀ ਖਤਮ ਹੋਇਆ। ਹਾਂਜੀ, let your children love both of you, really. ਹਾਂਜੀ, ਥੈਂਕ ਯੂ। ਹਾਂਜੀ ਮਨਜੀਤ, ਕੋਈ ਫਾਈਨਲ ਥਾਟ? ਨਹੀਂ, ਸੁਖਜਿੰਦਰ ਨੇ ਬਹੁਤ ਸੋਹਣਾ ਕਹਿਤਾ, ਕਿਉਂਕਿ ਆਪਾਂ ਬੱਚਿਆਂ ਵਿੱਚ ਜ਼ਹਿਰ ਨਾ ਪਾਈਏ। ਜਿਹੜੀ ਸਾਡੇ ਵਿੱਚ ਜ਼ਹਿਰ ਕਈ ਵਾਰੀ ਆ ਜਾਂਦੀ ਆ, ਦੁਸ਼ਮਣੀਆਂ ਪਾਉਣੀਆਂ ਪਰਿਵਾਰਾਂ ਦੇ ਨਾਲ, ਦੋਨਾਂ ਪਰਿਵਾਰਾਂ ਦੇ ਨਾਲ, ਜਿੱਦਾਂ ਆਪਣੇ ਆਦਮੀ ਜਿਹੜਾ ਤੁਹਾਡਾ ਆਦਮੀ ਹੁੰਦਾ ਉਹਦੇ ਪਰਿਵਾਰ ਨਾਲ, ਸਾਡੇ ਪਰਿਵਾਰ ਨਾਲ, ਇਹ ਚੰਗੀਆਂ ਗੱਲਾਂ ਨਹੀਂ, ਉਹਨਾਂ ਲਈ ਬੋਲਣਾ, ਇਹਨਾਂ ਲਈ ਬੋਲਣਾ। ਬੱਚਿਆਂ 'ਚ ਉਹ ਜ਼ਹਿਰ ਪਾ ਰਹੇ ਆ, ਉਹਨਾਂ ਦੀ ਲਾਈਫ ਖਰਾਬ ਕਰ ਰਹੇ ਆ, ਉਹਨਾਂ ਦੇ ਦਿਮਾਗ ਖਰਾਬ ਕਰ ਰਹੇ ਆ। ਜਿੱਦਾਂ ਤੁਸੀਂ ਉਹਨਾਂ ਨੂੰ ਹੈਲਥੀ ਕਰਨਾ ਅਸੀਂ ਬੱਚਿਆਂ ਨੂੰ। ਬਿਲਕੁਲ, ਮੈਂ ਤੁਸੀਂ ਬਹੁਤ ਇੰਪੋਰਟੈਂਟ ਗੱਲ ਕੀਤੀ, ਕਿਉਂਕਿ ਇਹ ਜਿਹੜੇ ਫੈਮਿਲੀ ਬ੍ਰੇਕਡਾਊਨ ਹੁੰਦੀ ਹੈ ਨਾ, ਕਈ ਵਾਰੀ ਵੈਸੇ ਤਾਂ ਸਾਰੀਆਂ ਫੈਮਲੀਆਂ ਨਾਲ ਇਫੈਕਟ ਥੋੜ੍ਹੀ ਬਹੁਤ ਹੁੰਦੀ ਹੈ, ਖਿੱਚੋ ਤਾਣ ਤਾਂ ਹੁੰਦੀ ਆ, ਪਰ ਤੁਸੀਂ ਬੱਚਿਆਂ ਨੂੰ ਪੌਂਡਸ ਨਾ ਬਣਾਵੋ ਆਪਣੇ, ਭਾਵੇਂ ਤੁਹਾਡੇ ਆਪਸ ਵਿੱਚ ਹੀ ਕਈ ਵਾਰੀ ਭਰਾਵਾਂ ਦੇ ਭੈਣਾਂ ਦੇ ਵੀ ਆਪਸ ਵਿੱਚ ਹੀ ਹੁੰਦੀ ਆ, ਕਜ਼ਨਸ ਦੀ ਹੁੰਦੀ ਆ। ਤੁਸੀਂ ਬੱਚਿਆਂ ਦਾ ਬਾਰੇ ਸੋਚੋ। ਤੇ ਦੂਜੀ ਗੱਲ ਇਹ ਆ, ਮੈਂ ਤਾਂ ਇਹ ਵੀ ਕਹੂੰਗਾ ਵੀ ਜੇ ਘਰ ਦੇ ਵਿੱਚ ਕੌਨਫਲਿਕਟ ਹੁੰਦਾ ਨਾ, ਹੋ ਸਕਦਾ ਇਟਸ ਨੈਚੁਰਲ ਐਜ਼ ਵੈਲ, ਤੁਸੀਂ ਬੱਚਿਆਂ ਦੇ ਮੋਹਰੇ ਨਾ ਕੌਨਫਲਿਕਟ ਕਰੋ। ਕਿਉਂਕਿ ਇਹ ਜੇ ਮੈਂ ਇੱਕ ਆਪਣੀ ਲਾਈਫ ਦੇ ਵਿੱਚ ਲੈਸਨ ਸਿੱਖਿਆ, ਮਨਜੀਤ ਨੂੰ ਮੈਨੂੰ ਸਿਖਾਇਆ, ਜੇ ਅਸੀਂ ਆਪਸ ਵਿੱਚ ਹੀ ਗੜਬੜ ਵੀ ਆ ਤਾਂ ਤੁਸੀਂ ਇੱਕ ਜਗ੍ਹਾ ਹੋਰ ਉੱਥੇ ਬੱਚਿਆਂ ਦੇ ਸਾਹਮਣੇ ਨਹੀਂ ਗੱਲਾਂ ਕਰਨੀਆਂ। ਗੱਲ ਤਾਂ ਛੋਟੀ ਹੁੰਦੀ ਆ ਪਰ ਉਹ ਬੱਚੇ ਤੇ ਅਸਰ ਪੈਂਦਾ, ਉਦੋਂ ਤੋਂ ਹੀ ਡੈਮੇਜ ਸ਼ੁਰੂ ਹੋ ਜਾਂਦਾ ਬੱਚਿਆਂ ਤੇ। ਹਾਂਜੀ, ਸੋ ਮੇਰਾ ਖਿਆਲ ਮੈਂ ਦੋਵਾਂ ਭੈਣਾਂ ਨੂੰ ਬਹੁਤ ਧੰਨਵਾਦ ਕਰਦਾ, ਖਾਮ ਸੁਖਚੰਦਨ ਤੇ ਦਲਵੀਰ ਨੇ ਵੀ ਆਉਣਾ ਸੀ, ਪਰ ਉਹ ਸ਼ੀ ਵਾਸ ਐਕਚੁਅਲੀ ਡੂਇੰਗ ਚਾਈਲਡ ਕੇਅਰ। ਚਲੋ ਇਹ ਵੀ ਜ਼ਰੂਰੀ ਕੰਮ ਆ, ਆਪਾਂ ਫੇਰ ਇਹਨਾਂ ਨੂੰ ਲਿਆਉਂਗੇ ਕਿਉਂਕਿ ਅਸੀਂ ਤਾਂ ਜੇ ਕੰਪਲੈਕਸ ਇਸ਼ੂਜ਼ ਹੈਗੇ, ਹੋਰ ਬਹੁਤ ਇਸ਼ੂਜ਼। ਤਾਂ ਮੈਨੂੰ ਤਾਂ ਇਹ ਖੁਸ਼ੀ ਆ ਵੀ ਸਾਡੀਆਂ ਭੈਣਾਂ ਸਾਡਾ ਸਾਥ ਦਿੰਦੀਆਂ, ਕਿਉਂਕਿ ਕਈ ਵਾਰੀ ਪ੍ਰੋਫੈਸ਼ਨਲ ਇੰਨੇ ਬਿਜ਼ੀ ਹੁੰਦੇ ਆ ਤਾਂ ਇਹਨਾਂ ਨੇ ਟਾਈਮ ਕੱਢ ਕੇ ਦੇਲਾ ਸਾਡੇ ਨਾਲ ਬੈਠੇ ਆ। ਬਹੁਤ ਵੱਡੀ ਸੇਵਾ ਆ, ਅਸੀਂ ਵੀ ਸੇਵਾ ਕਰਦੇ, ਇਹ ਵੀ ਸੇਵਾ ਕਰਦੇ। ਸਾਡੀ ਇਹੀ ਖੁਆਇਸ਼ ਆ ਵੀ ਸਾਰੇ ਹੀ ਸੁਖੀ ਵਸਣ, ਸਾਰੇ ਹੀ ਪਿਆਰ ਮੁਹੱਬਤ ਨਾਲ ਵਸਣ, ਕਿਸੇ ਫੈਮਿਲੀ ਦੇ ਵਿੱਚ ਕੌਨਫਲਿਕਟ ਨਾ ਹੋਵੇ। ਪਰ ਰਿਐਲਿਟੀ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੈਗੀ ਆ, ਤਾਂ ਉਹਦੇ ਲਈ ਵੀ ਆਪਾਂ ਨੂੰ ਕੋਈ ਨਾ ਕੋਈ ਉਪਰਾਲੇ ਕਰਨੇ ਪਊਗੇ। ਸੋ ਇੱਥੇ ਹੀ ਸਮਾਪਤੀ, ਬੋਲਦਿਆਂ ਤਾਂ ਭੁੱਲ ਚੁੱਕ ਮਾਫ ਕਰੋ। ਅਗਲੇ ਹਫ਼ਤੇ ਫਿਰ ਜੁੜਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।